नमस्कार, आदाब, सत श्री अकाल। हमदर्द टीवी देखने वाले सारे दर्शकों का बहुत बहुत स्वागत है प्रोग्राम इमीग्रेशन मैटर्स विच। मैं हाँ तरनजीत कौर घुम्मन। दोस्तों, तुसीं कहोगे कि इस वक्त इमीग्रेशन मैटर्स प्रोग्राम जो कि अक्सर देखते हैं असीं कि ट्यूसडे नूं हुंदा यूएस के बारे विच, पर तुहानूं दस दईए कि यूएस इमीग्रेशन के बारे विच जो ताज़ा अपडेशनस आईयां ने ਉਹਦੇ ਬਾਰੇ ਵਿੱਚ ਤੁਹਾਨੂੰ ਜਾਣਕਾਰੀ ਦੇਣਾ ਵੀ ਬਹੁਤ ਜ਼ਰੂਰੀ ਸੀ। ਸੋ ਅਸੀਂ ਕੋਸ਼ਿਸ਼ ਕੀਤੀ ਹੈ, ਸਾਡੇ ਨਾਲ ਜੁੜੇ ਨੇ ਅੱਜ ਯੂਐਸ ਦੇ ਇਮੀਗ੍ਰੇਸ਼ਨ ਸੰਬੰਧੀ ਮਿਸਟਰ ਬਾਈਡਨ ਨੇ ਜੋ ਨਵੀਆਂ ਇਸ ਵਕਤ ਨਵੇਂ ਬਿੱਲ ਲੈ ਕੇ ਆ ਰਹੇ ਨੇ, ਉਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਯੂਐਸ ਦੇ ਇਮੀਗ੍ਰੇਸ਼ਨ ਵਿੱਚ ਕੀ ਨਵੀਆਂ ਚੇਂਜਸ ਆ ਰਹੀਆਂ ਨੇ ਜਾਂ ਆ ਸਕਦੀਆਂ ਨੇ, ਉਹਦੇ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ। ਵਧੇਰੇ ਜਾਣਕਾਰੀ ਦੇਣ ਲਈ ਸਾਡੇ ਨਾਲ ਯੂਐਸਏ ਤੋਂ ਜੁੜ ਚੁੱਕੇ ਨੇ ਜੀ ਅਟਾਰਨੀ ਐਟ ਲਾ ਮਿਸਟਰ ਜਸਪ੍ਰੀਤ ਸਿੰਘ। ਜਸਪ੍ਰੀਤ ਜੀ, ਸਵਾਗਤ ਹੈ ਤੁਹਾਡਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ। ਹਾਲ ਨੇ ਸਰ? ਬਸ ਠੀਕ ਆ ਜੀ, ਤੁਸੀਂ ਸੁਣਾਓ ਕੀ ਹਾਲ ਚਾਲ ਹੈ ਤੁਹਾਡਾ? ਬਹੁਤ ਗੁੱਡ ਸਰ। ਫਾਈਨਲੀ ਮਿਸਟਰ ਬਾਈਡਨ ਆ ਚੁੱਕੇ ਨੇ। ਆਪਾਂ ਜਿੰਨੀ ਵਾਰੀ ਅੱਗੇ ਗੱਲਬਾਤ ਕਰਦੇ ਸੀ ਪ੍ਰੋਗਰਾਮ ਵਿੱਚ ਇਹੀ ਹੁੰਦਾ ਸੀ ਕਿ ਜਿਹੜੇ ਵੀ ਆਰਡਰਸ ਮਿਸਟਰ ਟਰੰਪ ਲੈ ਕੇ ਆ ਰਹੇ ਨੇ, ਜੇਕਰ ਉਹ ਬਣੇ ਰਹੇ ਤਾਂ ਇਹ ਅੱਗੇ ਵੀ ਕੈਰੀ ਫਾਰਵਰਡ ਕਰਨਗੇ, ਅੱਗੇ ਤੱਕ ਵਧਣਗੇ। ਪਰ ਮਿਸਟਰ ਬਾਈਡਨ ਆ ਚੁੱਕੇ ਨੇ ਇਸ ਵਕਤ, ਤੇ ਕੀ ਕਹੋਗੇ? ਆਉਂਦੇ ਹੀ ਉਹਨਾਂ ਨੇ ਕਈ ਐਗਜ਼ੈਕਟਿਵ ਆਰਡਰਸ ਪਾਸ ਕਰਨੇ ਸ਼ੁਰੂ ਕਰਤੇ ਨੇ। ਹਾਂਜੀ ਤਰਨ ਜੀ, ਪਹਿਲਾਂ ਤਾਂ ਆਪਾਂ ਜਦੋਂ ਗੱਲ ਕਰਦੇ ਰਹੋ, ਜਿਹੜਾ ਪ੍ਰੈਜ਼ੀਡੈਂਟ ਟਰੰਪ ਨੇ ਐਗਜ਼ੈਕਟਿਵ ਆਰਡਰ ਕੀਤੇ ਸੀ ਉਹ ਇਮੀਗ੍ਰੇਸ਼ਨ ਦੇ ਖਿਲਾਫ ਸੀ, ਕਾਫੀ ਉਹਨਾਂ ਦੀ ਕਰਦੇ ਰਹੇ ਆ। ਤੇ ਹੁਣ ਜਿਹੜੀ ਅੱਜ ਗੱਲ ਕਰਾਂਗੇ ਉਹ ਇਹ ਆ ਵੀ ਉਹਦੇ ਨਾਲੋਂ ਆਪਾਂ ਕਹਿ ਲਈਏ ਵੀ 180 ਡਿਗਰੀ ਫਰਕ ਆ ਤੇ ਇਮੀਗ੍ਰੇਸ਼ਨ ਦੇ ਫੇਵਰ ਦੇ ਵਿੱਚ, ਤੇ ਲੋਕਾਂ ਦਾ ਜਿਹੜਾ ਭਲਾ ਉਹਦੇ ਵਾਸਤੇ ਜੋ ਕਿ ਸਰਕਾਰ ਨੂੰ ਕੰਮ ਕਰਨੇ ਚਾਹੀਦੇ ਆ ਉਹ ਕਰਨੇ ਸ਼ੁਰੂ ਹੋਏ ਆ, ਜਿਹਦੀ ਕਿ ਲੋੜ ਸੀਗੀ ਸਮੇਂ ਦੀ ਜੀ। ਤੇ ਇਹਦੇ ਲਈ ਇੱਕ ਤਾਂ ਇਹ ਆ ਕਿ ਉਹਨਾਂ ਨੇ ਜਿਹੜੇ ਅਹੁਦਾ ਸੰਭਾਲਿਆ ਬਾਈਡਨ ਸਾਹਿਬ ਨੇ, ਤੇ ਉਹਨਾਂ ਨੇ ਪ੍ਰੋਮਿਸ ਕੀਤਾ ਸੀ ਕਿ ਅਸੀਂ ਇਮੀਗ੍ਰੇਸ਼ਨ ਦਾ ਰਿਫਾਰਮ ਕਰਾਂਗੇ। ਤੇ ਇਮੀਗ੍ਰੇਸ਼ਨ ਦਾ ਰਿਫਾਰਮ ਅਸੀਂ ਜਿਹੜਾ ਹੈਗਾ ਉਹ ਇਸ ਤਰ੍ਹਾਂ ਦਾ ਕਰਾਂਗੇ ਵੀ ਜਿਹੜਾ ਕਿ ਸਾਰੇ ਜਿਹੜੇ ਇਮੀਗ੍ਰੇਸ਼ਨ ਦੇ ਜਿੰਨੇ ਵੀ ਗਰੁੱਪਸ ਨੇ, ਚਾਹੇ ਲੁਟੀਨੋ ਨੇ, ਚਾਹੇ ਏਸ਼ੀਅਨ ਨੇ, ਚਾਹੇ ਆਪਣੇ ਇੰਡੀਅਨ ਨੇ, ਤੇ ਉਹਨੂੰ ਉਹ ਐਕਸੈਪਟੇਬਲ ਹੋਊਗਾ, ਫੇਅਰ ਹੋਊਗਾ। ਤੇ ਬਲਕਿ ਜਿਹੜਾ ਇੱਥੋਂ ਦਾ ਜਿਹੜਾ ਸਿਸਟਮ ਹੈਗਾ ਅਮਰੀਕਾ ਦਾ, ਜਿਹੜਾ ਉਹਦੇ ਵਾਸਤੇ ਵੀ, ਜਾਂ ਅਮਰੀਕਾ ਦੀ ਇਕੋਨਮੀ ਕਹਿ ਲਓ, ਉਹਦੇ ਵਾਸਤੇ ਵੀ ਬੜਾ ਫਾਇਦੇਮੰਦ ਹੋਊਗਾ। ਤੇ ਉਹਦੇ ਵਾਸਤੇ ਉਹਨਾਂ ਨੇ ਕੁਛ ਤਾਂ ਐਗਜ਼ੈਕਟਿਵ ਆਰਡਰ ਜਿਹੜੇ ਕੀਤੇ, ਤੇ ਇੱਕ ਉਹਨਾਂ ਨੇ ਜਿਹੜਾ ਬਿੱਲ ਹੈਗਾ ਉਹ ਮਤਲਬ ਕਿਹਾ ਹੈਗਾ ਸੈਨੇਟ ਤੇ ਜਿਹੜਾ ਹਾਊਸ ਆਫ ਰੈਪਰੈਜ਼ੈਂਟੇਟਿਵ ਹੈ ਅਮਰੀਕਨ ਕਾਂਗਰਸ ਨੂੰ ਵੀ ਤੁਸੀਂ ਬਣਾਓ। ਜਿਹੜੇ ਉਹਨਾਂ ਨੇ ਐਗਜ਼ੈਕਟਿਵ ਆਰਡਰ ਕੀਤੇ ਨੇ ਉਹਦੇ ਵਿੱਚ ਇੱਕ ਤਾਂ ਉਹਨਾਂ ਨੇ ਜਿਹੜੀ ਦੀਵਾਰ ਬਣਾ ਰਹੀ ਸੀ ਮੈਕਸੀਕੋ ਬਾਰਡਰ ਤੇ, ਪ੍ਰੈਜ਼ੀਡੈਂਟ ਟਰੰਪ ਨੂੰ ਰੋਕ ਦਿੱਤਾ, ਉਹਦੀ ਫੰਡਿੰਗ ਰੋਕ ਦਿੱਤੀ ਆ, ਕਿਉਂਕਿ ਜਿਹੜੀ ਇਹ ਦੀਵਾਰ ਬਣਾ ਰਹੇ ਸੀਗੇ ਇਹਦੇ ਵਾਸਤੇ ਜਿਹੜੀ ਕਾਂਗਰਸ ਆ ਉਹਨੇ ਕੋਈ ਫੰਡਿੰਗ ਆਥੋਰਾਈਜ਼ ਨਹੀਂ ਸੀ ਕੀਤੀ। ਇਹ ਜਿਹੜੇ ਡਿਪਾਰਟਮੈਂਟ ਆਫ ਡਿਫੈਂਸ ਦੇ ਐਮਰਜੈਂਸੀ ਫੰਡਸ ਨੇ ਉਹਨਾਂ ਵਿੱਚੋਂ ਬਣਾ ਰਹੇ ਸੀ, ਤੇ ਉਹ ਉਹਨਾਂ ਨੇ ਉਹ ਜਿਹੜਾ ਹੈਗਾ ਰੋਕ ਦਿੱਤਾ ਹੈ ਐਗਜ਼ੈਕਟਿਵ ਆਰਡਰ ਕਰਕੇ ਵੀ ਸਾਨੂੰ ਉਸ ਦੀਵਾਰ ਦੀ ਲੋੜ ਨਹੀਂ ਜੀ, ਤੇ ਉਹਦੀ ਜਗ੍ਹਾ ਤੇ ਅਸੀਂ ਜਿਹੜੀ ਵਰਚੁਅਲ ਹੈਗੀ ਆ ਉਹ ਕਰਾਂਗੇ। ਜਿਵੇਂ ਅੱਜ ਕੱਲ੍ਹ ਬੜੀ ਹਾਈ ਜਿਹੜੀ ਹੈਗੀ ਟੈਕਨੋਲੋਜੀ ਆ, ਜਿਵੇਂ ਡਰੋਨਸ ਵਗੈਰਾ ਹੁੰਦੇ ਆ, ਜਾਂ ਜਿਹੜੇ ਹੁੰਦੇ ਕੈਮਰੇ ਹੁੰਦੇ ਨੇ, ਜਾਂ ਜਿਹੜੀ ਹਾਈ ਸਰਵੇਲੈਂਸ ਆ ਉਹਦੇ ਰਾਹੀਂ ਅਸੀਂ ਚੈੱਕ ਕਰਾਂਗੇ। ਤੇ ਦੂਜਾ ਉਹਨਾਂ ਨੇ ਜਿਹੜਾ ਇਹਨਾਂ ਨੇ ਜਿਹੜੀ ਮਤਲਬ ਕਲਾਈਮੇਟ ਦੀ ਜਿਹੜੀ ਹੈਗੀ ਪੈਰਿਸ ਜਿਹੜਾ ਅਗਰੀਮੈਂਟ ਸੀ ਉਹਦੇ ਵਿੱਚੋਂ ਬਾਹਰ ਨਿਕਲੇ ਸੀਗੇ, ਉਹਨੂੰ ਜੁਆਇਨ ਕਰ ਲਿਆ ਦੁਬਾਰਾ। ਵਰਲਡ ਹੈਲਥ ਆਰਗੇਨਾਈਜੇਸ਼ਨ ਜਿਹੜੀ ਆ ਉਹ ਚੋਂ ਨਿਕਲੇ ਸੀ ਟਰੰਪ ਸਾਹਿਬ, ਉਹਦਾ ਆਰਡਰ ਰਿਵਰਸ ਕੀਤਾ। ਤੇ ਜਿਹੜੇ ਇਮੀਗ੍ਰੇਸ਼ਨ ਸੰਬੰਧੀ ਜਿਹੜਾ ਡਾਕਾ ਸੀਗਾ, ਜਿਹੜੇ ਕਿਤੇ ਬੱਚੇ ਅਨਡਾਕੂਮੈਂਟਡ ਅਮਰੀਕਾ ਦੇ ਵਿੱਚ ਆਏ ਆ, ਤਾਂ ਉਹਨਾਂ ਨੂੰ ਟਰੰਪ ਨੇ ਅੱਗੇ ਜਿਹੜਾ ਉਹਨਾਂ ਦਾ ਜਿਹੜਾ ਸਟੇਟਸ ਸੀਗਾ ਟੈਂਪਰੇਰੀ ਸਟੇਟਸ, ਉਹਨੂੰ ਐਕਸਟੈਂਡ ਕਰਨ ਲਈ ਰੋਕਤਾ ਸੀ। ਉਦੋਂ ਬਾਅਦ ਉਹ ਸੁਪਰੀਮ ਕੋਰਟ ਤੱਕ ਕੇਸ ਗਿਆ। ਫਿਰ ਆਹ ਸਮਰ ਦੇ ਵਿੱਚ ਜਿਹੜੀ ਲਾਸਟ ਈਅਰ 2020 ਚ ਯੂਐਸ ਸੁਪਰੀਮ ਕੋਰਟ ਨੇ ਕਿਹਾ ਵੀ ਇਹ ਜੋ ਟਰੰਪ ਨੇ ਕੀਤਾ ਉਹ ਸਹੀ ਪ੍ਰੋਸੀਜਰ ਫੋਲੋ ਨਹੀਂ ਕੀਤਾ ਗਿਆ ਤੇ ਉਹਨੂੰ ਤੋੜਤਾ ਸੀ। ਉਹਨੂੰ ਉਹਨਾਂ ਨੇ ਬਾਈਡਨ ਸਾਹਿਬ ਨੇ ਐਗਜ਼ੈਕਟਿਵ ਆਰਡਰ ਕੀਤਾ ਕਿ ਜਿਹੜਾ ਉਹ ਡਾਕਾ ਦੇ ਜਿਹੜੇ ਰੈਸੀਪੈਂਟ ਨੇ ਉਹਨਾਂ ਨੂੰ ਜਿਹੜੇ ਵਰਕ ਪਰਮਿਟ ਹੈਗੇ ਜਾਂ ਟਰੈਵਲ ਡਾਕੂਮੈਂਟ ਉਸੇ ਤਰ੍ਹਾਂ ਮਿਲਦੇ ਰਹਿਣਗੇ। ਉਹਦੇ ਨਾਲ ਉਹਨਾਂ ਨੇ ਇੱਕ ਜਿਹੜੀ ਇੰਪੋਰਟੈਂਟ ਚੀਜ਼ ਕੀਤੀ ਆ ਕਿ ਜਿਹੜੇ ਡਿਪਾਰਟਮੈਂਟਸ ਦੇ ਹੈੱਡ ਨੇ, ਜਿਹਦੇ ਵਿੱਚ ਕਿ ਇਮੀਗ੍ਰੇਸ਼ਨ ਜਿਹੜਾ ਡਿਪਾਰਟਮੈਂਟ ਆ ਉਹ ਵੀ ਸ਼ਾਮਲ ਆ, ਹੋਮਲੈਂਡ ਸਿਕਿਉਰਿਟੀ ਵੀ, ਉਹਨਾਂ ਸਾਰਿਆਂ ਨੂੰ ਕਿਹਾ ਕਿ ਤੁਸੀਂ ਕੋਈ ਵੀ ਨਵਾਂ ਜਿਹੜਾ ਰੂਲ ਜਿਹੜੇ ਚੇਂਜ ਕੀਤੇ ਨੇ ਟਰੰਪ ਨੇ ਉਹ ਲਾਗੂ ਨਹੀਂ ਕਰਨੇ। ਆਪਣਾ ਜਿਹੜਾ ਪੋਲੀਟੀਕਲ ਹੈੱਡ ਹੈਗਾ ਅਪੁਆਇੰਟੀ ਉਹਨੂੰ ਪੁੱਛੇ ਬਿਨਾਂ, ਬੇਸਿਕਲੀ ਸਾਨੂੰ ਪੁੱਛੇ ਬਿਨਾਂ ਵੀ ਕਿਸੇ ਵੀ ਜਿਹੜਾ ਹੈਗਾ ਡਿਪਾਰਟਮੈਂਟ ਦੇ ਅਫਸਰ ਨੇ ਜਿਹੜੇ ਟਰੰਪ ਦੁਆਰਾ ਚੇਂਜਸ ਕੀਤੀਆਂ ਉਹ ਲਾਗੂ ਨਹੀਂ ਕਰਨੀ। ਤੇ ਇੱਕ ਗੱਲ ਹੋਰ ਦੱਸ ਦਿਆਂ ਤਰਨ ਜੀ, ਇਸ ਤੋਂ ਪਹਿਲਾਂ ਕਿ ਜਿਹੜੇ ਇਹਨਾਂ ਨੇ ਐਗਜ਼ੈਕਟਿਵ ਆਰਡਰ ਕੀਤੇ ਆ, ਇੱਥੇ ਇੱਕ ਯੂਐਸ ਡਿਸਟ੍ਰਿਕਟ ਕੋਰਟ ਨੇ ਸੈਨ ਫਰਾਂਸਿਸਕੋ ਵਿੱਚ ਜਿਹੜੀਆਂ
ਇਹਨੇ ਚੇਂਜਸ ਕੀਤੀਆਂ ਸੀਗੀਆਂ ਟਰੰਪ ਨੇ ਅਸਾਈਲਮ ਦੇ ਕੇਸਾਂ ਦੇ ਵਿੱਚ, ਉਹ ਸਾਰੀਆਂ ਜਿਹੜੀਆਂ ਚੇਂਜਸ ਹੈਗੀਆਂ ਉਹ ਮਤਲਬ ਸਟਾਪ ਕਰਤੀਆਂ ਸੀ, ਖਾਰਜ ਕਰਤੀਆਂ ਸੀਗੀਆਂ 2 ਵੀਕ ਪਹਿਲਾਂ। ਤੇ ਉਹਨਾਂ ਨੇ ਜਿਹੜਾ ਹੈਗਾ ਲਾਗੂ ਹੋਣਾ ਸੀ 11 ਜਨਵਰੀ ਤੋਂ। ਤੇ ਉਸ ਤੋਂ ਪਹਿਲਾਂ ਇੱਕ ਜਿਹੜੀ ਡਿਸਟ੍ਰਿਕਟ ਕੋਰਟ ਦੇ ਕੋਲ ਕੇਸ ਗਿਆ ਤੇ ਉਹ ਸੈਨ ਫਰਾਂਸਿਸਕੋ ਡਿਸਟ੍ਰਿਕਟ ਕੋਰਟ ਨੇ ਨੇਸ਼ਨ ਵਾਈਡ ਸਾਰੇ ਅਮਰੀਕਾ 'ਚ ਸਟੇ ਲਾਤੀ ਸੀ। ਚੇਂਜਸ ਮੇਨ ਉਹਨਾਂ ਨੇ ਇਹ ਕੀਤੀਆਂ ਸੀ ਕਿ ਇੱਕ ਤਾਂ ਜਿਹੜੇ ਇਮੀਗ੍ਰੇਸ਼ਨ ਜੱਜ ਨੇ ਉਹਨਾਂ ਨੂੰ ਤੇ ਇਮੀਗ੍ਰੇਸ਼ਨ ਅਫਸਰਾਂ ਨੂੰ ਅਥਾਰਟੀ ਦੇਤੀ ਸੀਗੀ ਕਿ ਜੇ ਕਿਸੇ ਦੇ ਅਸਾਈਲਮ ਜਿਹੜਾ ਪੋਲੀਟੀਕਲ ਅਸਾਈਲਮ ਦੇ ਕੇਸ ਦੇ ਵਿੱਚ ਡਾਕੂਮੈਂਟੇਸ਼ਨ ਪੂਰੀ ਨਹੀਂ ਹੈਗੀ ਜਾਂ ਕਿਸੇ ਦੇ ਕੇਸ ਦੇ ਵਿੱਚ ਜਿਹੜੀ ਸਫੀਸ਼ੀਐਂਟ ਜਾਣਕਾਰੀ ਸ਼ੁਰੂ ਦੇ ਵਿੱਚ ਨਹੀਂ ਹੈਗੀ ਤਾਂ ਉਹਦਾ ਕੇਸ ਜਿਹੜਾ ਬਿਨਾਂ ਸੁਣਵਾਈ ਤੋਂ ਡਿਸਮਿਸ ਕੀਤਾ ਜਾ ਸਕਦਾ। ਇੱਕ ਇਹ ਸੀਗਾ ਕਿ ਜੇ ਬੰਦਾ ਲੰਘ ਕੇ ਕਿਸੇ ਹੋਰ ਮੁਲਕ ਤੋਂ ਆਉਂਦਾ ਪਹਿਲਾਂ ਉੱਥੇ ਅਪਲਾਈ ਕਰੇ ਕੇਸ। ਇਸ ਕਿਸਮ ਦੀਆਂ ਚੇਂਜਸ ਸੀ ਜਿਹੜੀਆਂ ਕੋਰਟ ਨੇ ਪਹਿਲਾਂ ਰੋਕਤੀਆਂ ਤੇ ਉਹਦਾ ਹੁਣ ਜਿਹੜਾ ਹੁਣ ਕੋਰਟ ਨੇ ਰੋਕਿਆ ਉਹਦਾ ਹੁਣ ਬਾਈਡਨ ਸਰਕਾਰ ਨੇ ਤਾਂ ਅਪੀਲ ਕੋਈ ਕਰਨੀ ਨਹੀਂ ਅੱਗੇ, ਤੇ ਉਹ ਜਿਹੜੀਆਂ ਸਾਰੀਆਂ ਆਪਣੇ ਆਪ ਹੀ ਜਿਹੜੀਆਂ ਹੈਗੀਆਂ ਸਟੇ ਹੋ ਗਈ। ਤੇ ਇਹਦੇ ਨਾਲ ਨਾਲ ਜਿਹੜੀ ਆਪਾਂ ਇੰਪੋਰਟੈਂਟ ਗੱਲ ਜਿਹੜੀ ਕਿ ਮੋਸਟ ਇੰਪੋਰਟੈਂਟ ਆ ਉਹ ਹੈਗੀ ਆ ਕਿ ਜਿਹੜਾ ਬਾਈਡਨ ਸਾਹਿਬ ਨੇ US ਕਾਂਗਰਸ ਨੂੰ ਕਿਹਾ ਕਿ ਜਿਹੜਾ ਲਾਅ ਬਣਾਓ, ਜਿਹੜਾ ਬਿੱਲ ਪੇਸ਼ ਕੀਤਾ, ਉਹ ਬਿੱਲ ਦਾ ਨਾਂ ਹੈਗਾ US ਸਿਟੀਜ਼ਨਸ਼ਿਪ ਐਕਟ ਆਫ 2021। ਤੇ ਇਹ ਜਿਹੜਾ ਐਕਟ ਹੈਗਾ ਇਹ ਇਹਨਾਂ ਨੇ ਹੁਣ ਜਿਹੜੇ ਦੋਨੇ ਸਦਨ ਨੇ ਸੈਨੇਟ ਤੇ ਹਾਊਸ ਉਹਨਾਂ ਦੀ ਜਿਹੜੀ ਲੀਡਰਸ਼ਿਪ ਹੈ ਜਾਂ ਮੈਂ ਭੇਜਿਆ ਤੇ ਉਹਨਾਂ ਨੂੰ ਕਿਹਾ ਵੀ ਇਹਦੇ ਉੱਤੇ ਤੁਸੀਂ ਜਲਦ ਕਾਰਵਾਈ ਕਰੋ ਤੇ ਪਹਿਲੇ 100 ਦਿਨ ਦੇ ਵਿੱਚ ਇਹ ਪਾਸ ਕਰੋ। ਹੁਣ ਸੈਨੇਟ ਦੇ ਵਿੱਚ ਐਤਕੀ ਮੈਜੋਰਟੀ ਆ ਗਈ ਆ ਜਾਰਜੀਆ ਦੀਆਂ ਜਿਹੜੀਆਂ 2 ਸੀਟਾਂ ਜਿੱਤਣ ਤੋਂ ਬਾਅਦ ਡੈਮੋਕ੍ਰੈਟਿਕ ਪਾਰਟੀ ਦੀ, ਉਹ ਮੈਜੋਰਟੀ ਆਉਣ ਕਰਕੇ ਹੀ ਆਸ ਬਣੀ ਆ ਕਿ ਇਹ ਜਿਹੜਾ ਬਿੱਲ ਹੈਗਾ ਇਹ ਪਾਸ ਹੋ ਜਾਊਗਾ। ਜੇ ਮੈਜੋਰਟੀ ਨਾ ਆਉਂਦੀ ਫਿਰ ਬਿੱਲ ਐਗਜ਼ੈਕਟਿਵ ਆਰਡਰ ਉਹਨਾਂ ਨੇ ਫਿਰ ਵੀ ਕਰਨੇ ਸੀ, ਪਰ ਜਿਹੜਾ ਬਿੱਲ ਹੈ ਇਹਦੇ 'ਚ ਪਾਸ ਹੋਣ ਦੀ ਇੰਨੀ ਉਮੀਦ ਨਹੀਂ ਸੀਗੀ। ਪਰ ਹੁਣ ਉਮੀਦ ਹੈਗੀ ਆ ਕਿ ਇਹ ਬਿੱਲ ਪਾਸ ਹੋਏਗਾ। ਹੁਣ ਇਹ ਜਿਹੜਾ ਬਿੱਲ ਹੈ ਇਹ ਕਿਉਂਕਿ ਇੱਕ ਤਾਂ ਉਹਨਾਂ ਨੇ ਪਹਿਲੇ ਦਿਨ ਹੀ ਭੇਜਿਆ, ਜਿਸ ਦਿਨ ਉਹਨਾਂ ਨੇ ਸਹੁੰ ਚੱਕੀ ਆ ਉਸੇ ਦਿਨ ਹੀ, ਤੇ ਇੱਕ ਇਹਦਾ ਸਾਰਾ ਡਰਾਫਟ ਆ ਉਹ ਪਹਿਲਾਂ ਉਹਨਾਂ ਨੇ ਆਲਰੇਡੀ ਤਿਆਰ ਕੀਤਾ ਹੋਇਆ ਸੀ। ਇਹ ਵੀ ਬੜੀ ਰਿਮਾਰਕੇਬਲ ਗੱਲ ਆ, ਉਹਨਾਂ ਨੇ ਬਣਨ ਤੋਂ ਪਹਿਲਾਂ ਹੀ ਪੂਰਾ ਬਿੱਲ ਤਿਆਰ ਕੀਤਾ ਸੀ, ਜਿਹੜਾ ਕਿ ਤਿਆਰ ਉਹਨਾਂ ਨੇ ਭੇਜਿਆ ਦਾ ਮਤਲਬ ਉਹ ਬੜੇ ਸੀਰੀਅਸ ਨੇ ਇਹ ਪਾਸ ਕਰਾਉਣਾ। ਤੇ ਇਹਦੇ ਵਿੱਚ ਜਿਹੜਾ ਇਹ ਬਿੱਲ ਹੈ ਇਸ ਤੋਂ ਵਧੀਆ ਹੋਰ ਇਮੀਗ੍ਰੇਸ਼ਨ ਦੇ ਹੱਕ ਦੇ ਵਿੱਚ ਮੌਜੂਦਾ ਟਾਈਮ 'ਚ ਬਿੱਲ ਕੋਈ ਹੋ ਨਹੀਂ ਸਕਦਾ। ਤੇ ਇਹਦੇ ਵਿੱਚ ਜਿਹੜੀਆਂ ਮੇਨ 4 ਗੱਲਾਂ ਨੇ ਉਹ ਮੈਂ ਜਿਹੜੇ ਆਪਣੇ ਜਿਹੜੇ ਸਾਰੇ ਸਰੋਤਿਆਂ ਨੂੰ ਦੱਸ ਦਿੰਦਾ ਵੀ ਕੀ ਹੈਗੀਆਂ। ਪਹਿਲੀ ਗੱਲ ਤਾਂ ਇਹਦੇ 'ਚ ਇਹ ਹੈਗੀ ਆ ਕਿ ਇਹਨਾਂ ਨੇ ਕਿਹਾ ਕਿ ਜਿਹੜੇ ਬੰਦੇ ਅਮਰੀਕਾ ਦੇ ਵਿੱਚ ਜਨਵਰੀ 1, 2021 ਤੋਂ ਪਹਿਲਾਂ ਐਂਟਰ ਹੋਏ ਆ ਤੇ ਇੱਥੇ ਰਹਿ ਰਹੇ ਆ, ਯਾਨੀ ਕਿ ਦਸੰਬਰ 31 ਤੱਕ ਪਿਛਲੇ ਸਾਲ ਜਿਹੜੇ ਬੰਦੇ ਇੱਥੇ ਹੈਗੇ ਤੇ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਕੋਲ ਕੋਈ ਇੱਥੇ ਸਟੇਟਸ ਹੈ ਨਹੀਂ, ਅਨਡਾਕੂਮੈਂਟਡ ਨੇ ਜਾਂ ਇਲੀਗਲ ਕਹਿ ਲਓ ਰਹਿ ਰਹੇ ਆ, ਉਹਨਾਂ ਨੇ ਕਿਹਾ ਵੀ ਅਸੀਂ ਜਿਹੜਾ ਹੈਗਾ ਸਟੇਟਸ ਦੇਵਾਂਗੇ। ਪਹਿਲਾਂ ਟੈਂਪਰੇਰੀ ਸਟੇਟਸ ਮਿਲੂਗਾ 5 ਸਾਲ ਤੱਕ ਤੇ 5 ਸਾਲਾਂ ਬਾਅਦ ਉਹਨਾਂ ਦੇ ਬੈਕਗਰਾਊਂਡ ਚੈੱਕ ਟੈਕਸ ਪੇ ਕਰਨਗੇ, ਫਾਈਨ ਪੇ ਕਰਨਗੇ ਤੇ ਉਹ ਗ੍ਰੀਨ ਕਾਰਡ ਅਪਲਾਈ ਕਰ ਸਕਣ। ਤੇ ਉਸ ਤੋਂ ਬਾਅਦ ਜਦੋਂ ਗ੍ਰੀਨ ਕਾਰਡ ਉਹਨਾਂ ਨੂੰ ਮਿਲ ਗਿਆ ਤੇ ਗ੍ਰੀਨ ਕਾਰਡ ਤੋਂ 3 ਸਾਲਾਂ ਬਾਅਦ ਉਹ ਜਿਹੜੇ ਸਿਟੀਜ਼ਨ ਬਣ ਸਕਦੇ। ਤੇ ਇੱਕ ਇਹਨਾਂ ਨੇ ਜਿਹੜੀ ਏਲੀਅਨ ਦੀ ਅੱਗੇ ਪਹਿਲਾਂ ਜਿਹੜਾ ਲਾਅ ਦੇ ਵਿੱਚ ਵਰਡ ਹੁੰਦਾ ਸੀ ਏਲੀਅਨ ਜਿਹੜੇ ਬਾਹਰ ਦੇ ਬੰਦਿਆਂ ਲਈ, ਉਹ ਇਹਨਾਂ ਨੇ ਚੇਂਜ ਕਰਕੇ ਨਾਨ ਸਿਟੀਜ਼ਨ ਕਰਤਾ। ਇਹਨਾਂ ਨੇ ਕਿਹਾ ਵੀ ਜਿਹੜਾ ਏਲੀਅਨ ਵਰਡ ਆ ਕੋਈ ਰਿਸਪੈਕਟੇਬਲ ਨਹੀਂ ਹੈਗਾ ਤੇ ਇਹ ਕਹਿਤਾ ਵੀ ਇੱਕ ਸਿਟੀਜ਼ਨ ਤੇ ਇੱਕ ਨਾਨ ਸਿਟੀਜ਼ਨ। ਤੋਂ ਪਹਿਲੀ ਤਾਂ ਇਹ ਆ। ਦੂਜਾ ਇਹਨਾਂ ਨੇ ਇਹ ਕੀਤਾ ਕਿ ਜਿਹੜੇ ਬੰਦੇ ਟਰੰਪ ਨੇ ਡਿਪੋਰਟ ਕੀਤੇ ਆ 2017 ਤੋਂ ਬਾਅਦ, ਯਾਨੀ ਕਿ ਜਿਵੇਂ ਜਿਹੜੇ ਇੱਥੇ ਰਹਿ ਰਹੇ ਸੀ ਅਮਰੀਕਾ 'ਚ ਉਹ ਡਿਪੋਰਟ ਹੋ ਗਏ ਸੀ 17 ਤੋਂ 20 ਤੱਕ, ਉਹ ਬੰਦਿਆਂ ਨੂੰ ਵੀ ਉਹ ਜਿਹੜਾ ਹੈਗਾ ਸਟੇਟਸ ਦੇ ਸਕਦੇ, ਇੱਥੇ ਆਉਣ ਦੀ ਪਰਮਿਸ਼ਨ ਮਿਲ ਜੇਗੀ। ਤੇ ਜੇ ਉਹ ਅਮਰੀਕਾ ਦੇ ਵਿੱਚ ਪਹਿਲਾਂ ਮਤਲਬ ਕਾਫੀ ਦੇਰ ਰਹੇ ਆ ਤੇ ਜਿਹੜੀ ਟਰੰਪ ਦੀਆਂ ਸਖਤ ਨੀਤੀਆਂ ਕਰਕੇ ਡਿਪੋਰਟ ਹੋਏ ਆ ਉਹਦੇ ਉਹ ਗਾਈਡਲਾਈਨਸ ਦੇਣਗੇ ਵੀ ਕਿਹੜੇ ਬੰਦੇ ਸ਼ਾਮਲ ਹੋਣਗੇ। ਤੇ ਜਿਹੜੇ 17 ਤੋਂ ਬਾਅਦ ਰਿਪੋਰਟ ਹੋਏ ਆ, ਜਿਵੇਂ 18 ਚ ਹੋਏ ਆ ਜਾਂ 19 ਚ ਹੋਏ ਆ, ਮਤਲਬ ਟਰੰਪ ਸਾਹਿਬ ਦੇ ਸ਼ਾਸਨ ਕਾਲ ਦੌਰਾਨ ਜਿਹੜੇ ਲੋਕੀ ਡਿਪੋਰਟ ਹੋਏ ਨੇ ਤੇ ਵਾਪਸ ਗਏ ਨੇ ਉਹ ਵਾਪਸ ਆ ਕੇ ਆਪਣਾ ਸਟੇਟਸ ਉਹਦੇ ਲਈ ਕਰ ਸਕਦੇ ਨੇ ਰੀਨਿਊ। ਹਾਂ, ਉਹਨਾਂ ਨੇ ਕਿਹਾ ਵੀ ਉਹ ਜਿਹੜੇ ਬੰਦੇ ਇੱਥੋਂ ਡਿਪੋਰਟ ਹੋਏ ਨੇ ਪਰ ਪਹਿਲਾਂ ਰਹਿੰਦੇ ਰਹੇ ਨੇ ਉਹਦੇ ਵਿੱਚ ਕੁਝ ਸ਼ਰਤਾਂ ਹੋਣਗੀਆਂ ਕਿ ਬੰਦਾ ਕਿੰਨੀ ਦੇਰ ਅਮਰੀਕਾ 'ਚ ਰਿਹਾ ਤੇ ਕਿੱਥੇ ਰਿਹਾ। ਮਤਲਬ ਇਹ ਨਹੀਂ ਵੀ ਜਿਹੜਾ ਇੱਥੇ ਹਫ਼ਤੇ ਲਈ ਆਇਆ ਡਿਪੋਰਟ ਹੋ ਗਿਆ ਉਹ ਵੀ ਹੋਊਗਾ। ਉਹ ਹੁਣ ਸ਼ਰਤਾਂ ਹੋਣਗੀਆਂ ਵੀ ਜਿਵੇਂ ਹੁਣ ਕਈ ਬੰਦੇ ਕਾਫੀ ਦੇਰ ਰਹੇ ਆ ਜਾਂ ਜਿਨ੍ਹਾਂ ਨੇ ਕੇਸ ਲੜੇ ਆਪਣੇ, ਤੇ ਉਹ ਸ਼ਰਤਾਂ ਜੇ ਪੂਰੀਆਂ ਕਰਨਗੇ ਤਾਂ ਉਹਨਾਂ ਨੂੰ ਵੀ ਉੱਥੋਂ ਆਉਣ ਦੀ ਆਪੋ ਆਪਣੀ ਕੰਟਰੀ ਜਿੱਥੋਂ ਰਿਪੋਰਟ ਹੋ ਕੇ, ਜਿਵੇਂ ਇੰਡੀਆ ਗਏ, ਇੰਡੀਆ ਆਪਾਂ ਪਿੱਛੇ ਸੁਣਦੇ ਸੀ ਵੀ ਜਹਾਜ਼ਾਂ ਦੇ ਜਹਾਜ਼ ਭਰ ਕੇ ਗਏ ਆ, ਤੇ ਜੇ ਉਹ ਉਹਨਾਂ ਸ਼ਰਤਾਂ ਨੂੰ ਪੂਰੀਆਂ ਕਰਨਗੇ ਤਾਂ ਉਹ ਵੀ ਉਹਦੇ ਵਿੱਚ ਉਹਨਾਂ ਨੂੰ ਇੱਥੇ ਸਟੇਟਸ ਤੇ ਗ੍ਰੀਨ ਕਾਰਡ ਮਿਲ ਸਕਦੇ ਆ। ਤੀਸਰਾ ਜਿਹੜਾ ਉਹਨਾਂ ਨੇ ਕਿਹਾ ਉਹ ਇਹਦੇ ਬਿੱਲ ਦੇ ਵਿੱਚ ਇਹ ਹੈਗਾ ਕਿ ਜਿਹੜਾ ਅਸਾਈਲਮ ਅਸੀਂ ਇੱਥੇ ਅਪਲਾਈ ਕਰਦੇ ਹੋਵੇ ਤਾਂ 1 ਈਅਰ ਕਰਨਾ ਪੈਂਦਾ ਐਂਟਰੀ ਦੇ ਵਿੱਚ, ਜਿਹੜਾ ਸਾਲ ਤੋਂ ਵੱਧ ਕਰੇ ਉਹ ਅਸਾਈਲਮ ਨਹੀਂ ਕਰ ਸਕਦਾ, ਫਿਰ ਵਿਦਹੋਲਡਿੰਗ ਆਫ ਰਿਮੂਵਲ ਜਾਂ
ਜਿਹੜੀ ਪ੍ਰੋਟੈਕਸ਼ਨ ਅੰਡਰ ਕੈਟ ਆ, ਉਹ ਡਿਫਰੈਂਟ ਕਿਸਮ ਦੀ ਰਿਲੀਫ ਹੁੰਦੀ ਆ। ਉਹ ਜਿਹੜੀ 1 ਸਾਲ ਦੀ ਬਾਰ ਆ, ਉਹ ਖਤਮ ਕਰ ਰਹੇ ਆ। ਜੇ ਕਿਸੇ ਨੇ ਅਸਾਈਲਮ ਕਰਨਾ, ਉਹ ਸਾਲ ਤੋਂ ਬਾਅਦ ਵੀ ਕਰ ਸਕਦਾ ਆ ਕੇ। 3 ਸਾਲ ਵੀ ਹੋ ਜਾਣ, 4 ਵੀ ਹੋ ਜਾਣ, ਸਾਲ ਤੋਂ ਓਵਰ ਹੋ ਗਿਆ, ਉਹ ਜਿਹੜੀ ਸਾਲ ਦੀ ਬਾਰ ਆ, ਉਹ ਮਤਲਬ ਖਤਮ ਇਹਦੇ 'ਚ ਹੋਏਗੀ ਜੀ। ਜਿਹੜੀ ਅਗਲੀ ਚੀਜ਼ ਆ ਇਹ 'ਚ ਇੰਪੋਰਟੈਂਟ ਉਹ ਇਹ ਹੈਗੀ ਆ ਕਿ ਜਿਹੜੇ ਜਦੋਂ ਇੱਥੇ ਕੋਈ ਓਵਰਸਟੇ ਕਰ ਜਾਂਦਾ ਅਮਰੀਕਾ, ਜਿਵੇਂ 6 ਮਹੀਨੇ ਤੋਂ ਬਾਅਦ ਬੰਦਾ ਇੱਥੋਂ ਆਪਣੇ ਆਪ ਚਲਾ ਜਾਂਦਾ ਜਾਂ ਡਿਪੋਰਟ ਹੁੰਦਾ, ਉਹ ਤੇ 10 ਸਾਲ ਦੀ ਬਾਰ ਲੱਗ ਜਾਂਦੀ ਆ। ਉਹ 10 ਸਾਲ ਇੱਥੇ ਆ ਨਹੀਂ ਸਕਦਾ। ਉਹ ਜਿਹੜੀ ਬਾਰ ਹੈ 10 ਸਾਲ ਦੀ, ਉਹ ਖਤਮ ਕਰ ਰਹੇ ਆ। ਓਕੇ। ਜਿਹੜੀ ਇਸ ਕਿਸਮ ਦੀ ਕੋਈ ਬਾਰ ਨਹੀਂ ਹੋਏਗੀ। ਜਿਵੇਂ ਹੁਣ ਇਹ ਹੈਗਾ ਕਿ ਜੇ ਫਰਜ਼ ਕਰੋ ਕੋਈ ਬੰਦਾ ਇੱਥੇ ਸਾਲ ਰਹਿ ਗਿਆ ਉੱਦਾਂ ਹੀ ਇਲੀਗਲ, ਤੇ ਜਾਂ ਵੀਜ਼ੇ ਤੇ ਆਇਆ, ਫਰਜ਼ ਕਰੋ ਐਂਟਰੀ ਮਿਲੀ 6 ਮਹੀਨੇ ਦੀ, ਵੀਜ਼ਾ ਓਵਰਸਟੇ ਕਰ ਗਿਆ, ਉਦੋਂ ਬਾਅਦ ਜੇ ਉਹ ਚਾਹੇ ਤਾਂ ਇੱਥੋਂ ਡਿਪੋਰਟ ਹੋਇਆ ਜਾਂ ਆਪੇ ਹੀ ਚਲਾ ਗਿਆ, ਤੇ ਉਹ ਤੇ 10 ਸਾਲ ਦੀ ਬਾਰ ਲੱਗੇਗੀ। ਉਹ 10 ਸਾਲ ਦੁਬਾਰਾ ਨਹੀਂ ਆ ਸਕਦਾ। ਉਹ ਜਿਹੜੀ ਬਾਰ ਹੈਗੀ ਆ, ਉਹਨੂੰ ਇਹ ਰਿਮੂਵ ਕਰ ਰਹੇ ਆ, ਇਹਦੇ 'ਚ ਖਤਮ ਕਰ ਰਹੇ ਆ। ਤੇ ਇਹਦੇ ਨਾਲ ਜਿਹੜੇ ਇੱਥੇ ਡਿਵਰਸਿਟੀ ਵੀਜ਼ਾ ਆ ਤੇ ਯੂ ਵੀਜ਼ਾ ਹੁੰਦਾ ਵੀ ਜਿਵੇਂ ਕੋਈ ਕ੍ਰਾਈਮ ਦਾ ਵਿਕਟਮ ਹੈ, ਜਿਸ ਤਰ੍ਹਾਂ ਕੋਈ ਬੰਦਾ ਸਟੋਰ ਤੇ ਕੰਮ ਕਰਦਾ, ਉੱਥੇ ਰੋਬਰੀ ਹੋ ਗਈ ਜਾਂ ਕਿਸੇ ਤੇ ਹਮਲਾ ਹੋ ਗਿਆ ਕੋਈ ਕੰਮ ਦੀ ਪਲੇਸ ਤੇ, ਤੇ ਉਹਦੇ ਕੋਲ ਭਾਵੇਂ ਨਹੀਂ ਵੀ ਇੱਥੇ ਗ੍ਰੀਨ ਕਾਰਡ ਜਾਂ ਮਤਲਬ ਪ੍ਰੋਪਰ ਪੇਪਰਸ, ਤੇ ਉਹ ਇੱਕ ਯੂ ਵੀਜ਼ਾ ਕਰ ਸਕਦਾ, ਜਿਹਦਾ ਮਤਲਬ ਇਹ ਹੁੰਦਾ ਵੀ ਲਾਅ ਐਨਫੋਰਸਮੈਂਟ ਦੀ ਮਦਦ ਕਰੂਗਾ ਉਹ ਕ੍ਰਾਈਮ ਕਰਨ ਵਾਲੇ ਨੂੰ ਫੜਾਉਣ 'ਚ ਜਾਂ ਉਹਨੂੰ ਪ੍ਰੋਸੀਕਿਊਟ ਕਰਨ 'ਚ, ਤੇ ਉੱਥੇ ਉਹਨੂੰ ਗ੍ਰੀਨ ਕਾਰਡ ਮਿਲਦਾ। ਉਹਦੇ ਵੀਜ਼ਾ ਨੰਬਰ ਬੜੇ ਘੱਟ ਨੇ, ਹੁਣ ਸਿਰਫ ਸਾਲ ਦੇ 10,000 ਆ। ਉਹਨੂੰ ਇਹ ਵਧਾ ਕੇ ਉਹਦੇ ਜਿਹੜੇ 30,000 ਕਰ ਰਹੇ ਆ। ਉਹਦੇ ਨਾਲ ਜਿਹੜਾ ਡਿਵਰਸਿਟੀ ਵੀਜ਼ਾ ਹੁੰਦਾ, ਇੱਕ ਜਿਹੜਾ ਲੋਟਰੀ ਦਾ ਹੁੰਦਾ ਸਿਸਟਮ, ਵੀ ਕਈ ਮੁਲਕਾਂ 'ਚੋਂ ਲੋਕ ਆਉਂਦੇ ਆ, ਉਹਨੂੰ ਵੀ ਵਧਾ ਰਹੇ ਆ। ਤੇ ਜਿਹੜੀ ਸਾਡੇ ਇੰਡੀਆ ਵਾਲਿਆਂ ਲਈ ਇੰਪੋਰਟੈਂਟ ਗੱਲ ਆ, ਜਿਹੜੇ ਆਪਾਂ ਨੂੰ ਤੁਹਾਨੂੰ ਯਾਦ ਆ, ਆਪਾਂ ਪ੍ਰੋਗਰਾਮ ਕਰਦੇ ਹੁੰਦੇ ਆ ਤਾਂ ਰੋਜ਼ ਲੋਕ ਕਾਲਾਂ ਕਰਦੇ ਆ, F4 ਕੈਟੇਗਰੀ, F3 ਕੈਟੇਗਰੀ, ਵੀ F4 ਹੁੰਦੀ ਆ ਵੀ ਸਾਡੇ ਭੈਣ ਭਰਾ ਦਾ ਅਪਲਾਈ ਕੀਤਾ ਸਿਟੀਜ਼ਨ ਦੇ, F3 ਹੁੰਦੀ ਆ ਕਿ ਮੈਰਿਡ ਜਿਹੜੇ ਸਿਟੀਜ਼ਨ ਨੇ ਅਪਲਾਈ ਕੀਤਾ। ਉਹਨਾਂ ਕੈਟੇਗਰੀਆਂ ਦੇ ਵਿੱਚ ਜਿਹੜਾ 15-15 ਸਾਲ ਦਾ ਬੈਕਲੌਗ ਆ, ਜਿਵੇਂ ਹੁਣ 2005 ਚੱਲਦਾ ਆ ਤੇ ਉਹਨੂੰ ਆਪਾਂ ਨੂੰ 15-16 ਸਾਲ ਲੱਗਣਗੇ, ਉਹਨੂੰ ਵੀ ਐਡਰੈਸ ਕੀਤਾ ਇਸ ਬਿੱਲ ਦੇ ਵਿੱਚ, ਤੇ ਉਹ 'ਚ ਵੀਜ਼ਾ ਨੰਬਰ ਜਾ ਦਿੱਤੇ ਜਾਣਗੇ। ਤਾਂ ਕਈ ਜਿਹੜੀਆਂ ਸੂਰਤਾਂ ਦੇ ਵਿੱਚ ਜਿਹਨੂੰ ਅਜੇ ਵੀਜ਼ਾ ਨੰਬਰ ਨਹੀਂ ਅਵੇਲੇਬਲ, ਉਹਨੂੰ ਅਮਰੀਕਾ ਆਉਣ ਦੀ ਜਿਹੜੀ ਹੈਗੀ ਪਰਮਿਸ਼ਨ ਦਿੱਤੀ ਜਾਏਗੀ, ਤਾਂ ਕਿ ਇੱਥੇ ਰਹਿ ਕੇ ਉਹ ਕੰਮ ਕਰ ਸਕੇ। ਜਦੋਂ ਵੀਜ਼ਾ ਨੰਬਰ ਅਵੇਲੇਬਲ ਹੋ ਗਿਆ, ਇੱਥੇ ਹੀ ਪੱਕਾ ਹੋ ਸਕੇ। ਇਹ ਇੱਕ ਬਹੁਤ ਵੱਡੀ ਗੱਲ ਹੈ ਇਸ ਐਕਟ ਦੇ ਵਿੱਚ। ਬਿਲਕੁਲ, ਇਹਦੇ ਵਿੱਚ ਇੰਪੋਰਟੈਂਟ ਗੱਲਾਂ ਨੇ ਜੀ, ਮੈਂ ਅੱਗੇ ਹੋਣ ਜਾ ਰਹੀ ਹਾਂ। ਬਿਲਕੁਲ, ਮੈਂ ਇਹੀ ਪੁੱਛਣ ਵਾਲੀ ਸੀ, ਕਿਉਂਕਿ ਅਕਸਰ ਲੋਕਾਂ ਦੀ ਫੈਮਿਲੀ ਕੇਸਿਸ ਨੂੰ ਲੈ ਕੇ ਕਾਫੀ ਕਾਲਸ ਆਉਂਦੀਆਂ ਨੇ ਕਿ ਅਜੇ ਤੱਕ ਇਹਦੇ ਬਾਰੇ ਵਿੱਚ ਜਿਹੜਾ ਆ ਬੈਨ ਕਦੋਂ ਹਟੇਗਾ। ਨਾਲ ਦੀ ਨਾਲ ਇਹਨਾਂ ਨੇ ਕੁਝ ਮੁਸਲਿਮ ਦੇਸ਼ਾਂ ਤੋਂ ਵੀ ਬੈਨ ਹਟਾ ਦਿੱਤਾ। ਸਰ, ਮੈਂ ਇੱਥੇ ਇਹ ਚੀਜ਼ ਪਹਿਲਾਂ ਪੁੱਛਣਾ ਚਾਹੂੰਗੀ, ਡਿਟੈਂਸ਼ਨ ਸੈਂਟਰ ਵੇਲੇ ਉਦੋਂ ਬਹੁਤ ਰੌਲਾ ਪਿਆ ਸੀ ਮਿਸਟਰ ਟਰੰਪ ਦਾ ਕਿ ਡਿਟੈਂਸ਼ਨ ਸੈਂਟਰਸ ਜਿਹੜੇ ਬੱਚੇ ਸੀ ਜਾਂ ਪੇਰੈਂਟਸ ਨੂੰ ਵੱਖ ਕੀਤਾ ਗਿਆ ਸੀ, ਉਹਨਾਂ ਦੇ ਬਾਰੇ ਵੀ ਕੀ ਕੋਈ ਨਵੀਂ ਅਪਡੇਸ਼ਨ ਆਈ ਹੈ ਕਿ ਉੱਥੇ ਵੀ ਕੋਈ ਨਾ ਕੋਈ ਫੈਸਲਾ ਲਿਆ ਜਾਏਗਾ ਜਾਂ ਜਿਨ੍ਹਾਂ ਨੂੰ ਵਾਪਸ ਭੇਜਣ ਦੀ ਕੋਸ਼ਿਸ਼ ਕੀਤੀ ਗਈ ਹੈ? ਦੇਖੋ, ਜਿਹੜੇ ਮਤਲਬ ਡਿਟੈਂਸ਼ਨ ਕੇਸਾਂ ਦੇ ਵਿੱਚ ਜਿਹੜੀ ਇਹਨਾਂ ਨੇ ਹੁਣ 100 ਦੇ ਵਾਸਤੇ ਜਿਹੜੀ ਹੈਗੀ ਆ ਉਹ ਡਿਪੋਰਟੇਸ਼ਨ ਤੇ ਬੈਨ ਲਾਤਾ। ਸਿਰਫ ਇਹਦੇ ਵਿੱਚ ਜਿਹੜੇ ਕ੍ਰਿਮੀਨਲ ਬੰਦੇ ਨੇ ਉਹੀ ਡਿਪੋਰਟ ਹੋਣਗੇ, ਜਿਹੜੇ ਨਾਨ ਕ੍ਰਿਮੀਨਲ ਨੇ ਉਹਨਾਂ ਨੂੰ ਇਹ ਡਿਪੋਰਟ ਨਹੀਂ ਕਰਨਗੇ। ਤੇ ਉਹਦੇ ਵਿੱਚ ਜਿਹੜੇ ਇੱਥੇ ਖਾਸ ਕਰਕੇ ਬੱਚੇ ਸੀ, ਜਿਵੇਂ ਕਈ ਬੰਦੇ ਟਰੰਪ ਦੇ ਦੌਰਾਨ, ਉਹਦੇ ਜਿਹੜਾ ਕਾਰਜਕਾਲ ਦੌਰਾਨ ਆਪਣੀ ਫੈਮਿਲੀ ਨਾਲ, ਜਿਵੇਂ ਪੇਰੈਂਟਸ ਨਾਲ ਬੱਚੇ ਆਏ, ਜਦੋਂ ਪੇਰੈਂਟ ਨਾਲ ਬੱਚੇ ਆਏ ਤੇ ਉਹ ਪੇਰੈਂਟ ਡਿਪੋਰਟ ਕਰਤੇ, ਬੱਚੇ ਇੱਥੇ ਹੀ ਆ। ਉਹਨਾਂ ਬੱਚਿਆਂ ਦੇ ਇਹਨਾਂ ਨੇ ਕਿਹਾ ਸੀ, ਬਾਈਡਨ ਨੇ, ਇੱਕ ਟਾਸਕ ਫੋਰਸ ਬਣਾਵਾਂਗੇ ਤੇ ਉਹਨਾਂ ਦੇ ਬੱਚਿਆਂ ਨੂੰ, ਪੇਰੈਂਟਸ ਨੂੰ ਮਿਲਾਵਾਂਗੇ, ਜਿਵੇਂ ਉਹ ਵੀ ਕੰਮ ਇਹਨਾਂ ਨੇ ਸ਼ੁਰੂ ਕਰਤਾ ਤੇ ਉਹ ਇਹ ਕਰਨਗੇ। ਬਾਕੀ ਜਿਹੜਾ ਇਹਨਾਂ ਨੇ 100 ਦਿਨ ਦਾ ਹੁਣ ਇਹ ਲਾਇਆ ਕਿ ਅਸੀਂ ਇੱਥੋਂ ਬੰਦੇ ਡਿਪੋਰਟ ਨਹੀਂ ਹੋਣਗੇ, ਇਹਦਾ ਵੀ ਜਿਹੜਾ ਹੈਗਾ ਉਹ ਜਿਹੜੇ ਡਿਟੈਂਸ਼ਨ ਵਾਲੇ ਬੰਦੇ ਆ ਉਹਨਾਂ ਨੂੰ ਫਾਇਦਾ ਹੋਏਗਾ। ਪਰ ਇੱਕ ਗੱਲ ਉਹਨਾਂ ਨੇ ਇੱਕ ਜਿਹੜੀ ਹੈਗੀ ਚੇਤਾਵਨੀ ਵੀ ਦਿੱਤੀ ਆ, ਉਹ ਇਹ ਆ ਕਿ ਇਹਦੇ ਨਾਲ ਇਹ ਨਾ ਸਮਝ ਆਵੇ ਵੀ ਬਾਰਡਰ ਖੁੱਲ ਗਿਆ, ਜਿਵੇਂ ਹੁਣ ਪਹਿਲਾਂ ਸੀਗਾ ਵੀ ਇਹ ਨਾ ਹੋਵੇ ਵੀ ਮਿਲੀਅਨ ਬੰਦਾ ਬਾਰਡਰ ਤੇ ਇਕੱਠਾ ਹੋ ਜਾਵੇ ਕਿ ਸਾਨੂੰ ਐਂਟਰੀ ਮਿਲ ਜਾਣੀ ਆ। ਕਿਉਂਕਿ ਅਜੇ ਬਾਰਡਰ ਤੇ ਜਿਹੜੀਆਂ ਟਰੰਪ ਐਡਮਿਨਿਸਟ੍ਰੇਸ਼ਨ ਨੇ ਜਿਹੜੀਆਂ ਪਾਲਿਸੀਆਂ ਬਣਾਈਆਂ ਸੀ ਜਾਂ ਜਿਹੜੇ ਉਹਨਾਂ ਨੇ ਰੂਲਸ ਲੇ ਡਾਊਨ ਕੀਤੇ ਸੀ, ਉਹੀ ਚੱਲ ਰਹੇ ਨੇ, ਉਹਨਾਂ 'ਚ ਕੋਈ ਬਦਲਾਅ ਨਹੀਂਗਾ। ਤੋ ਜਿਹੜੇ ਬੰਦੇ ਨਵੇਂ ਵੀ ਬਾਰਡਰ ਤੇ ਆਉਣਗੇ ਤਾਂ ਪੋਸੀਬਿਲਿਟੀ ਹੈਗੀ ਆ ਕਿ ਉਹਨਾਂ ਨੂੰ ਉਸੇ ਤਰ੍ਹਾਂ ਹੀ ਅਜੇ ਜਿਹੜਾ ਹੈਗਾ ਡਿਪੋਰਟ ਕਰਨਾ ਜਾਰੀ ਰਹੇ ਜਿਵੇਂ ਪਹਿਲਾਂ ਸੀ। ਪਰ ਜਿਹੜੇ ਬੰਦੇ ਆਲਰੇਡੀ ਇੱਥੇ ਹੈਗੇ ਅਮਰੀਕਾ ਦੇ ਵਿੱਚ, ਉਹਨਾਂ ਪ੍ਰਤੀ ਜਿਹੜੀ ਥੋੜੀ ਜਿਹੀ ਨਰਮੀ ਦਿਖਾਈ ਆ ਸਰਕਾਰ ਨੇ। ਤੇ ਬਾਰਡਰ ਬਾਰੇ ਅਜੇ ਇਹਨਾਂ ਨੇ ਜਿਹੜੀ ਪਾਲਿਸੀ ਆ ਉਹ ਮਤਲਬ ਆਪਣੀ ਲੇ ਡਾਊਨ ਨਹੀਂ ਕੀਤੀ, ਕਿਉਂਕਿ ਇੱਕ ਤੱਕ ਜਿਹੜਾ ਇਹਨਾਂ ਦਾ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਨੇ, ਉਹਨਾਂ ਦੀ ਕਨਫਰਮੇਸ਼ਨ ਨਹੀਂ ਹੋਈ। ਉਹ ਜਦੋਂ ਉਹਨਾਂ ਦੀ ਕਨਫਰਮੇਸ਼ਨ ਹੋਊਗੀ ਤੇ ਫਿਰ ਉਹ ਆਪਣੀ ਪਾਲਿਸੀ ਬਣਾਉਣਗੇ। ਦੂਜਾ ਇਹ ਆ ਕਿ ਇਹਨਾਂ ਅੱਗੇ ਇੱਕ ਬਹੁਤ ਵੱਡਾ ਚੈਲੰਜ ਆ ਗਵਰਨਮੈਂਟ ਅੱਗੇ, ਕਿ ਇਹ ਨਾ ਹੋਵੇ ਕਿ ਲੋਕਾਂ ਦੇ ਵਿੱਚ ਇਹ ਇੰਪ੍ਰੈਸ਼ਨ ਚੱਲ ਜਾਵੇ ਬਾਹਰ ਦੁਨੀਆ 'ਚ ਵੀ ਬਾਰਡਰ ਖੁੱਲ ਗਿਆ ਅਮਰੀਕਾ ਦਾ, ਹੁਣ ਜਿਹੜਾ ਮਰਜ਼ੀ ਆ ਸਕਦਾ, ਤੇ ਉਸ ਚੀਜ਼ ਨੂੰ ਇਹ ਰੋਕਣਾ ਚਾਹੁੰਦੇ ਆ। ਸੋ ਇਸ ਕਰਕੇ ਇਹ ਹੋ ਸਕਦੀ ਆ ਪੋਸੀਬਿਲਿਟੀ ਵੀ ਬਾਰਡਰ ਤੇ ਅਜੇ ਵੀ ਉਸੇ ਤਰ੍ਹਾਂ ਸਖਤੀ ਰਹੇ ਜਿਵੇਂ ਪਹਿਲਾਂ ਸੀ। ਮਿਸਟਰ ਜਸਪ੍ਰੀਤ, ਮੈਂ ਇੱਕ ਚੀਜ਼ ਇਹ ਜ਼ਰੂਰ ਪੁੱਛਣਾ ਚਾਹੂੰਗੀ ਤੁਹਾਨੂੰ ਕਿ H1B ਵੀਜ਼ਾ ਧਾਰਕਾਂ ਦੇ ਬਾਰੇ ਵੀ ਕੀ ਕੋਈ ਨਵਾਂ ਫੈਸਲਾ ਆਇਆ? ਕਿਉਂਕਿ ਟਰੰਪ ਸਾਹਿਬ ਦੇ ਦੌਰਾਨ ਇਹ ਕਿਹਾ ਗਿਆ ਸੀ ਕਿ
H1 ਵੀ ਵੀਜ਼ਾ ਧਾਰਕਾਂ ਦੇ ਜਿਹੜੇ ਨਾਲ ਡਿਪੈਂਡੈਂਟਸ ਹੋਣਗੇ ਜਾਂ ਉਹਨਾਂ ਦੇ ਜਿਹੜੇ ਸਪਾਊਸ ਹੋਣਗੇ, ਉਹਨਾਂ ਨੂੰ ਕੰਮ ਕਰਨ ਦੀ ਸ਼ਾਇਦ ਇਜਾਜ਼ਤ ਉਸ ਵਕਤ ਰੋਕ ਦਿੱਤੀ ਗਈ ਸੀ, ਇਜਾਜ਼ਤ ਨਹੀਂ ਹੋਏਗੀ। ਸੋ ਇਹਦੇ ਬਾਰੇ ਵਿੱਚ ਕੁਝ ਹੈ ਕਿ ਕੋਈ ਨਵੀਂ ਅਪਡੇਸ਼ਨ ਆਈ ਹੋਵੇ? ਹਾਂਜੀ, ਇਹਦੇ ਬਾਰੇ ਜਿਹੜੀ ਬਾਈਡਨ ਐਡਮਿਨਿਸਟ੍ਰੇਸ਼ਨ ਹੈਗੀ ਆ, ਇਹਦੇ ਵਿੱਚ ਵੀ ਚੇਂਜਸ ਕਰ ਰਹੀ ਆ, ਕਿਉਂਕਿ ਟਰੰਪ ਨੇ ਇੱਕ ਤਾਂ ਜਿਹੜੀ ਸਪੈਸ਼ਲਿਟੀ ਆਕੂਪੇਸ਼ਨ ਉਹ 'ਚ ਚੇਂਜ ਕਰਤੀ ਸੀਗੀ, ਕਾਫੀ ਸਟ੍ਰਿਕਟ ਕਰਤਾ ਸੀ ਇੱਕ ਉਹਦਾ ਜਿਹੜਾ ਪੇ ਸਕੇਲ ਆ ਉਹਦੇ ਵਿੱਚ ਕਰਤੀ ਸੀ, ਉਹਨੂੰ ਵੈਸੇ ਕੋਰਟ ਨੇ ਸਟੇ ਕਰਤਾ ਸੀ। ਮਤਲਬ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਇੱਥੇ, ਜਿਵੇਂ ਗੂਗਲ ਹੋ ਗਈ, ਐਪਲ ਹੋ ਗਈ, ਐਮਾਜ਼ੋਨ, ਇਹਨਾਂ ਨੇ ਕੋਰਟ 'ਚ ਕੇਸ ਕੀਤਾ ਸੀ ਤੇ ਕੋਰਟ ਨੇ ਸਟੇ ਕਰਤਾ। ਪਰ ਇਹ ਜਿਹੜੀ ਐਡਮਿਨਿਸਟ੍ਰੇਸ਼ਨ ਆ, ਇਹ ਉਹਨੂੰ ਥੋੜਾ ਹੋਰ ਲਿਬਰਲ ਬਣਾਏਗੀ ਤਾਂ ਉਹਨਾਂ ਦੇ ਜਿਹੜੇ ਸਪਾਊਸਿਸ ਹੈਗੇ ਆ, ਜਿਵੇਂ ਕਿ ਹਸਬੈਂਡ ਜਾਂ ਵਾਈਫ, ਉਹਨਾਂ ਨੂੰ ਕੰਮ ਕਰਨ ਦੀ ਜਿਹੜੀ ਪਰਮਿਸ਼ਨ ਆ ਉਹ ਦੇਣਗੇ। ਉਹਦੇ ਨਾਲ ਇਹ ਜਿਹੜੇ ਆਪਾਂ ਐਕਟ ਦੀ ਗੱਲ ਕਰ ਰਹੇ ਸੀ, ਜਿਹੜਾ ਸਿਟੀਜ਼ਨਸ਼ਿਪ ਐਕਟ ਆਫ ਜਿਹੜਾ 2021 ਆ, ਉਹਦੇ ਵਿੱਚ ਦੋ ਗੱਲਾਂ ਜਿਹੜੀਆਂ ਹੈਗੀਆਂ ਹੋਰ ਮੈਂ ਪੂਰੀਆਂ ਕਰਦਾ। ਉਹ ਇਹ ਹੈਗੀਆਂ ਕਿ ਇੱਕ ਤਾਂ ਉਹਨਾਂ ਨੇ ਇਹ ਤਾਂ ਹੋ ਗਏ ਜਿਹੜੇ ਅਨਡਾਕੂਮੈਂਟਡ ਬੰਦੇ ਇੱਥੇ ਰਹਿ ਰਹੇ ਨੇ, ਵੀ ਉਹਨਾਂ ਨੂੰ ਕਿਹਾ ਵੀ ਜਿਹੜੇ 2020 ਦਸੰਬਰ 31 ਤੱਕ ਇੱਥੇ ਸੀਗੇ, ਵੀ ਉਹਨਾਂ ਨੂੰ ਅਸੀਂ ਪਹਿਲਾਂ 5 ਸਾਲ ਦਾ ਜਿਹੜਾ ਹੈਗਾ ਟੈਂਪਰੇਰੀ ਸਟੇਟਸ ਦੇਵਾਂਗੇ, ਆਉਣ ਜਾਣ ਦੀ ਪਰਮਿਸ਼ਨ ਹੋਏਗੀ, ਵਰਕ ਪਰਮਿਟ ਹੋਏਗਾ, 5 ਸਾਲਾਂ ਬਾਅਦ ਗ੍ਰੀਨ ਕਾਰਡ ਤੇ 8 ਸਾਲਾਂ ਬਾਅਦ ਸਿਟੀਜ਼ਨਸ਼ਿਪ। ਜੇ ਉਹ ਆਪਣੇ ਬੈਕਗਰਾਊਂਡ ਚੈੱਕ ਕਰੇ ਤੇ ਉਹ 'ਚ ਕਲੀਅਰ ਹੁੰਦੇ ਨੇ, ਉਹ ਕ੍ਰਿਮੀਨਲ ਰੈਕਡ ਨਹੀਂ ਹੈਗਾ, ਤਾਂ ਟੈਕਸ ਵਗੈਰਾ ਪੇ ਕਰਦੇ ਆ, ਫਾਈਨ ਵੀ ਹੋਊਗਾ, ਫਾਈਨ ਪੇ ਕਰਨਗੇ। ਦੂਜਾ, ਜਿਹੜੇ ਡਾਕਾ ਦੇ ਰੈਸੀਪੀਐਂਟ ਨੇ, ਜਿਹੜੇ ਬੱਚੇ ਇੱਥੇ, ਜਿਵੇਂ ਆਪਾਂ ਗੱਲ ਕਰਦੇ ਹਟੇ ਆ, ਜਿਹੜੇ ਡ੍ਰੀਮਰ ਜਿਹੜੇ ਹੈਗੇ ਆ, ਉਹਨਾਂ ਨੂੰ ਜਿਹੜਾ ਹੈਗਾ ਰਾਈਟ ਵੇ ਗ੍ਰੀਨ ਕਾਰਡ ਵਿੱਚ ਹੋਊਗਾ, ਉਹ ਹੁਣੇ ਹੀ ਗ੍ਰੀਨ ਕਾਰਡ ਅਪਲਾਈ ਕਰ ਸਕਦੇ ਨੇ, ਕਿਉਂਕਿ ਆਲਰੇਡੀ ਉਹ ਸਟੇਟਸ ਤੇ ਹੈਗੇ ਆ। ਤੇ ਇੱਕ ਇੱਥੇ ਹੋਰ ਕੈਟੇਗਰੀ ਹੈਗੀ ਆ, ਕਈ ਮੁਲਕਾਂ ਦੇ ਬੰਦੇ ਇੱਥੇ ਆਲਰੇਡੀ ਟੈਂਪਰੇਰੀ ਸਟੇਟਸ ਦੇ ਵਿੱਚ, ਤੇ ਉਹਨਾਂ ਨੂੰ ਵੀ ਗ੍ਰੀਨ ਕਾਰਡ ਰਾਈਟ ਵੇ ਹੋਊਗਾ, ਕੁਝ ਆਪਣੇ ਇੰਡੀਆ ਵਾਲੇ ਨਹੀਂ ਹੈਗੇ, ਹੋਰਾਂ ਮੁਲਕਾਂ ਦੇ ਆ। ਤੇ ਤੀਸਰਾ, ਜਿਹੜੇ ਐਗਰੀਕਲਚਰ ਵਰਕਰ ਨੇ, ਖੇਤਾਂ 'ਚ ਕੰਮ ਕਰਦੇ ਨੇ, ਜਿਹੜੇ ਉਹ ਸਟੇਟਸ ਦੇ ਵਿੱਚ ਨੇ, ਜਾਂ ਖੇਤਾਂ 'ਚ ਜਿਹੜੇ ਕੰਮ, ਉਹਦੀਆਂ ਰਿਕੁਆਇਰਮੈਂਟਸ ਆਉਣਗੀਆਂ ਵੀ ਖੇਤਾਂ 'ਚ ਕੰਮ ਕਰਨ ਵਾਲੇ ਦਾ ਕੀ ਮਤਲਬ ਆ, ਵੀ ਕੀ ਉਹਦੇ ਕੋਲੇ ਕੋਈ ਕੰਮ ਕਰਨ ਦੀ ਆਥੋਰਾਈਜੇਸ਼ਨ ਹੈਗੀ ਆ ਕਿ ਉੱਦਾਂ ਹੀ ਕੰਮ ਕਰਦਾ ਉਹ। ਪਰ ਜਿਹੜਾ ਵੀ ਐਗਰੀਕਲਚਰ ਵਰਕਰ ਆ, ਜੇ ਉਹ ਉਸ ਕੈਟੇਗਰੀ ਦੇ ਅੰਡਰ ਫਿੱਟ ਹੁੰਦਾ ਤਾਂ ਉਹ ਵੀ ਰਾਈਟ ਵੇ ਗ੍ਰੀਨ ਕਾਰਡ ਪਾਏਗਾ। ਉਹ ਜਿਹੜੇ ਗ੍ਰੀਨ ਕਾਰਡ ਸਿੱਧਾ ਹੀ ਮਤਲਬ 5 ਸਾਲ ਦੀ ਵੇਟ ਕਰਨ ਦੀ ਲੋੜ ਨਹੀਂ ਹੋਏਗੀ। ਉਹ ਇੱਕ ਤਾਂ ਜਿਹੜੇ ਡ੍ਰੀਮਰਸ ਨੇ, ਜਿਹੜੇ ਡਾਕਾ ਦੇ ਅੰਡਰ ਆਉਂਦੇ ਆ ਬੱਚੇ, ਜਿਹੜੇ ਇੱਥੇ ਸਕੂਲ ਗਏ ਆ, ਜਿਨ੍ਹਾਂ ਕੋਲ ਡਾਕਾ ਪ੍ਰੋਗਰਾਮ ਦੇ ਅੰਡਰ ਵਰਕ ਪਰਮਿਟ ਹੈਗੇ ਆ। ਦੂਜੇ ਜਿਹੜੇ ਬੰਦੇ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਦੇ ਅੰਡਰ ਹੈਗੇ ਆ। ਤੀਸਰੇ ਜਿਹੜੇ ਐਗਰੀਕਲਚਰ ਜਿਹੜੇ ਹੈਗੇ ਵਰਕਰ, ਜਿਹੜੇ ਖੇਤਾਂ 'ਚ ਕੰਮ ਕਰਦੇ ਨੇ, ਫਾਰਮਾਂ 'ਚ, ਉਹ ਜਿਹੜੇ ਹੈਗੇ ਆ, ਉਹਨਾਂ ਨੂੰ ਰਾਈਟ ਵੇ ਗ੍ਰੀਨ ਕਾਰਡ ਉਹ ਹੁਣੇ ਹੀ ਜਦੋਂ ਲਾਅ ਬਣ ਗਿਆ ਉਸ ਤੋਂ ਬਾਅਦ ਅਪਲਾਈ ਕਰ ਸਕਣਗੇ। ਬਾਕੀ ਜਿਹੜੇ ਨੇ, ਉਹਨਾਂ ਨੂੰ ਇਹਨਾਂ ਨੇ ਕਿਹਾ ਵੀ 5 ਸਾਲ ਜਿਹੜਾ ਹੈਗਾ ਉਹਦੇ 'ਚ ਪਹਿਲਾਂ ਰਹਿਣਗੇ ਟੈਂਪਰੇਰੀ ਸਟੇਟਸ ਤੇ, ਫਿਰ ਉਸ ਤੋਂ ਬਾਅਦ ਗ੍ਰੀਨ ਕਾਰਡ, 8 ਸਾਲਾਂ ਬਾਅਦ ਸਿਟੀਜ਼ਨਸ਼ਿਪ। ਹੁਣ ਇਹਦੇ 'ਚ ਤਰਨਜੀ ਜਿਹੜਾ ਇਹ ਅਜੇ ਇੱਕ ਬਿੱਲ, ਇੱਕ ਪ੍ਰਪੋਜ਼ਲ ਆ। ਜਿਹੜੀ ਹਿਸਟਰੀ ਆ ਅਮਰੀਕਾ ਦੀ, ਉਹ ਇਹ ਹੁੰਦੀ ਆ ਵੀ ਆਮ ਤੌਰ ਤੇ ਜਿਵੇਂ ਭੇਜਿਆ ਏਦਾਂ ਹੀ ਨਹੀਂ ਪਾਸ ਹੋ ਜਾਂਦਾ। ਇਹਦੇ ਵਿੱਚ ਚੇਂਜਸ ਹੁੰਦੀਆਂ, ਜਿਵੇਂ ਪਹਿਲਾਂ ਓਬਾਮੇ ਨੇ ਹੈਲਥ ਕੇਅਰ ਰੱਖੀ ਸੀਗੀ, ਤੇ ਉਹ ਹੈਲਥ ਕੇਅਰ ਦਾ ਬਿੱਲ ਸੀ, ਬਾਅਦ ਚੋਂ ਡਿਬੇਟ ਹੋਇਆ, ਫਲਾਣਾ ਪਾਸ ਤਾਂ ਉਹ ਹੋ ਗਿਆ, ਜਿਹੜੀ ਆ ਓਬਾਮਾ ਕੇਅਰ ਆ ਹੈਲਥ ਕੇਅਰ, ਲੇਕਿਨ ਉਹਦੇ ਵਿੱਚ ਚੇਂਜਸ ਕਾਫੀ ਹੋਈਆਂ। ਸੋ ਇਸ ਤਰ੍ਹਾਂ ਇਹਦੇ ਵਿੱਚ ਜਦੋਂ ਇਹ ਹਾਊਸ ਸੈਨੇਟ ਦੇ ਵਿੱਚ ਇਹਦੇ ਬਹਿਸ ਹੋਏਗੀ, ਤਾਂ ਇਹਦੇ ਵਿੱਚ ਜਿਹੜੇ ਲੀਡਰਸ ਨੇ ਰਿਪਬਲਿਕਨ ਪਾਰਟੀ ਦੇ ਜਾਂ ਡੈਮੋਕ੍ਰੇਟ, ਉਹ ਆਪੋ ਆਪਣੇ ਚੇਂਜਸ ਰੱਖਣਗੇ, ਤੇ ਇਹਦੇ ਵਿੱਚ ਕੁਝ ਚੇਂਜਸ ਹੋਣਗੀਆਂ। ਤੇ ਜਿਹੜੀਆਂ ਉਹ ਚੇਂਜਸ ਹੋਣਗੀਆਂ, ਇੱਕ ਇਹਦੇ 'ਚ ਹੋਰ ਬੜੀ ਇੰਪੋਰਟੈਂਟ ਗੱਲ ਰੱਖੀ ਗਈ ਆ ਕਿ ਇਹ 'ਚ ਇਹ ਕਿਹਾ ਗਿਆ ਵੀ ਜੇ ਅੱਗੇ ਤੋਂ ਕਿਸੇ ਪ੍ਰੈਜ਼ੀਡੈਂਟ ਨੇ, ਅਮਰੀਕਾ ਦੇ ਨੇ, ਬੈਨ ਲਾਉਣਾ ਕਿਸੇ ਮੁਲਕ ਤੇ ਉਹ ਧਰਮ ਦੇ ਆਧਾਰ ਤੇ ਬੈਨ ਨਹੀਂ ਲਾ ਸਕਦਾ। ਉਹਦਾ ਇਹ ਜਿਹੜਾ ਇਹ ਕ੍ਰਾਈਟੇਰੀਆ ਵੀ, ਜਿਵੇਂ ਹੁਣ ਇਹਨਾਂ ਨੇ ਪਿੱਛੇ ਜਿਹੜਾ ਸੀ ਟਰੰਪ ਸਾਹਿਬ ਨੇ, ਜਿਹੜੇ ਮੁਸਲਮਾਨ ਸੀਗੇ ਮੁਲਕ, ਹਾਂਜੀ, ਜਿਹੜੇ ਮੁਸਲਿਮ ਕੰਟਰੀ ਸੀ, ਉਹਨਾਂ ਦੇ ਬੈਨ ਲਾਇਆ ਸੀ। ਉਹਦੇ ਬਾਰੇ ਉਹਨਾਂ ਨੇ ਕਿਹਾ ਗਿਆ ਵੀ ਜਿਹੜਾ US ਪ੍ਰੈਜ਼ੀਡੈਂਟ ਆ, ਉਹਦੀ ਜਿਹੜੀ ਪਾਵਰ ਆ ਬੈਨ ਲਾਉਣ ਦੀ, ਉਹ ਤੇ ਰਿਸਟ੍ਰਿਕਸ਼ਨ ਹੋਏਗੀ ਕਿ ਉਹ ਰਿਲੀਜਨ ਦੇ ਨਾਂ ਤੇ ਜਾਂ ਪਾਰਟੀਕੂਲਰ ਗਰੁੱਪ ਨੂੰ ਟਾਰਗੇਟ ਨਹੀਂ ਕਰ ਸਕਦੇ। ਉਹ ਅਮਰੀਕਾ ਦੀ ਸਿਕਿਉਰਿਟੀ ਲਈ ਉਹਦਾ ਜਿਹੜੀਆਂ ਹੋਰ ਕ੍ਰਾਈਟੇਰੀਆ ਹੋਣਾ ਚਾਹੀਦਾ, ਪਰ ਇਹ ਖਾਸ ਕਿਸੇ ਵਿਸ਼ੇਸ਼ ਧਰਮ ਲਈ ਨਹੀਂ ਹੋਣਾ ਚਾਹੀਦਾ। ਹੁਣ ਇਹ ਜਿਹੜੀ ਪ੍ਰੋਵੀਜ਼ਨ ਹੈ, ਇਹਦੇ ਉੱਤੇ ਹੋ ਸਕਦਾ ਵੀ ਇਹ ਤੇ ਸਹਿਮਤੀ ਬਣੇ ਜਾਂ ਨਾ ਬਣੇ, ਕਿਉਂਕਿ ਇਹ ਇੱਕ ਐਸੀ ਪ੍ਰੋਵੀਜ਼ਨ ਹੈ ਜਿਹੜੇ ਕਿ ਅਮਰੀਕਾ ਦੇ ਰਾਸ਼ਟਰਪਤੀ ਜਿਹੜੀ ਪਾਵਰ ਆ ਉਹ ਲਿਮਿਟ ਕਰਦੀ। ਤੇ ਅਮਰੀਕਾ ਦਾ ਜਿਹੜਾ ਸੰਵਿਧਾਨ ਹੈ, ਜਿਹੜਾ ਇੱਥੋਂ ਦਾ ਹੈਗਾ ਸਿਸਟਮ, ਇਹਦੇ ਵਿੱਚ ਰਾਸ਼ਟਰਪਤੀ ਕੋਲ ਅਨਲਿਮਿਟਿਡ ਪਾਵਰ ਹੁੰਦੀ ਆ, ਜਿਹੜੀ ਕਿ ਬਾਕੀ ਮੁਲਕਾਂ ਦੇ ਜਿਹੜੇ ਪ੍ਰਧਾਨ ਮੰਤਰੀਆਂ ਕੋਲ ਇੰਨੀ ਪਾਵਰ ਨਹੀਂ ਹੈਗੀ ਜਿੰਨੇ ਅਮਰੀਕਾ ਦੇ ਰਾਸ਼ਟਰਪਤੀ ਕੋਲ। ਤੇ ਜੇ ਉਹਦੇ ਉੱਤੇ ਤੁਸੀਂ ਕੋਈ ਚੈੱਕ ਲਾਉਨੇ ਹੋ, ਤਾਂ ਉੱਤੇ ਜਿਹੜੀ ਹੈਗੀ ਆ ਉਹ ਸੈਨੇਟ ਦੇ ਵਿੱਚ ਵਿਰੋਧਤਾ ਮਤਲਬ ਹੋ ਸਕਦੀ ਆ। ਸੋ ਇਹਦੇ 'ਚ ਕਈ ਪ੍ਰੋਵੀਜ਼ਨਾਂ ਜਿਹੜੀਆਂ ਨੇ, ਉਹਦੇ 'ਚ ਇਹ ਪੋਸੀਬਿਲਿਟੀ ਹੈ ਕਿ ਕੋਈ ਨਾ ਕੋਈ ਅਮੈਂਡਮੈਂਟ ਹੋਵੇ, ਜਾਂ ਇਹਨੂੰ ਥੋੜਾ ਹੋਰ ਸਖਤ, ਜਿਵੇਂ ਤਾਂ ਬਹੁਤ ਲਿਬਰਲ ਆ, ਇਹਨੂੰ ਥੋੜਾ ਸਖਤ ਬਣਾ ਦਿੱਤਾ ਜਾਵੇ। ਪਰ ਇਹ ਦੇਖਣ ਵਾਲੀ ਗੱਲ ਆ। ਪਰ ਹੁਣ ਜਿਸ ਤਰ੍ਹਾਂ ਬਾਈਡਨ ਸਾਹਿਬ ਇਹ ਬਣਾਉਣਾ ਚਾਹੁੰਦੇ ਨੇ, ਉਹਨਾਂ ਦੀ ਇੰਟੈਂਸ਼ਨ ਹੈ, ਤੇ ਉਹ ਇਸ ਗੱਲ ਤੇ ਬਜਿੱਦ ਨੇ ਵੀ ਇਹ ਉਹਨਾਂ ਨੇ ਕਰਨਾ ਹੀ ਕਰਨਾ। ਤੇ ਪਲੱਸ ਉਹਨਾਂ ਨੂੰ ਤਰੀਕਾ ਵੀ ਆਉਂਦਾ ਬਣਾਉਣ ਦਾ, ਕਿਉਂਕਿ ਉਹ ਪਿਛਲੇ 50 ਸਾਲ ਤੋਂ ਜਿਹੜੇ ਹੈਗੇ ਆ ਉਹ ਸੈਨੇਟ ਦੇ ਵਿੱਚ ਸੈਂਟਰ ਵੀ ਰਹੇ ਨੇ, ਵਾਈਸ ਪ੍ਰੈਜ਼ੀਡੈਂਟ ਰਹੇ ਨੇ, ਬੜੇ ਐਕਸਪੀਰੀਅੰਸ ਨੇ। ਤੇ ਹੁਣ ਇਸ ਟਾਈਮ ਤੇ ਲੋਕਾਂ ਦਾ ਜਿਹੜਾ
ਜਿਹੜਾ ਸਮਰਥਨ ਹੈ ਉਹ ਵੀ ਉਹਨਾਂ ਕੋਲ ਹੈਗਾ, ਜਿਹਨੂੰ ਅਸੀਂ ਇੱਥੇ ਕਹਿੰਦੇ ਆ ਪੋਲੀਟੀਕਲ ਕੈਪੀਟਲ। ਉਹ ਹੁੰਦਾ ਵੀ ਜਦੋਂ ਬੰਦਾ ਇਲੈਕਸ਼ਨ ਜਿੱਤ ਕੇ ਆਉਂਦਾ, ਜਿਹੜਾ ਲੋਕਾਂ ਦਾ ਸਾਥ ਆ ਉਹ ਵੀ ਅੱਜ ਹੈਗਾ। ਤੇ ਉਹਦੇ ਕਰਕੇ ਇੱਕ ਜਿਹੜੀ ਰਿਪਬਲਿਕਨ ਪਾਰਟੀ ਹੈਗੀ ਆ ਉਹ ਆਪਸ 'ਚ ਹੀ ਡਿਵਾਈਡਡ ਆ। ਟਰੰਪ ਦੇ ਉੱਤੇ ਦੋ ਗਰੁੱਪ ਇਸ ਟਾਈਮ ਤੇ ਰਿਪਬਲਿਕਨ ਪਾਰਟੀ ਦੇ ਵਿੱਚ ਨੇ, ਜਿਹੜੇ ਕਿ ਇੱਕ ਹੈਗੇ ਟਰੰਪ ਦੇ ਹੱਕ 'ਚ ਤੇ ਟਰੰਪ ਦੇ ਖਿਲਾਫ। ਤੇ ਖਾਸ ਕਰਕੇ ਜਿਹੜਾ ਕੈਪੀਟਲ ਦੇ ਉੱਤੇ ਜਿਹੜੇ ਉਹ ਅਟੈਕ ਹੋਇਆ, ਜੋ ਬੰਦਿਆਂ ਨੇ ਜਾ ਕੇ ਅਟੈਕ ਕੀਤਾ, ਦੰਗੇ ਕੀਤੇ, ਜੋ ਵੀ ਉੱਥੇ ਬਹੁਤ ਮਾੜਾ ਕੰਮ ਕੀਤਾ ਉਹਦਾ, ਉਸ ਤੋਂ ਬਾਅਦ ਜਿਹੜੀ ਟਰੰਪ ਦੀ ਪੋਪੂਲੈਰਿਟੀ ਹੈਗੀ ਆ ਰਿਪਬਲਿਕਨ ਪਾਰਟੀ ਦੇ ਵਿੱਚ ਕਾਫੀ ਘਟੀ ਆ। ਇਸ ਕਰਕੇ ਰਿਪਬਲਿਕਨ ਪਾਰਟੀ ਦੇ ਵੀ ਕੁਝ ਲੀਡਰ ਇਹਦੇ ਨਾਲ ਲੱਗਣਗੇ ਇਸ ਬਿੱਲ ਨਾਲ, ਪਰ ਜਿਹੜਾ ਫਾਈਨਲ ਪ੍ਰੋਡਕਟ ਆ ਉਹ ਕੀ ਆਏਗਾ ਉਹਦੇ ਬਾਰੇ ਆਪਾਂ, ਕਿਉਂਕਿ ਅਜੇ ਮੈਂ ਮਤਲਬ ਜਿਹੜੇ ਆਪਣੇ ਦਰਸ਼ਕ ਨੇ ਉਹਨਾਂ ਨੂੰ ਇਹ ਗੱਲ ਮਤਲਬ ਜਿਹੜੀ ਹੈਗੀ ਆ ਉਹ ਕਲੀਅਰ ਕਰਨੀ ਚਾਹੁੰਦਾ ਵੀ ਅਜੇ ਲਾਭ ਬਣਿਆ ਨਹੀਂ। ਇਹ ਜਿਹੜੀਆਂ ਆਹ ਗੱਲਾਂ ਦੱਸੀਆਂ ਨੇ, ਪ੍ਰਪੋਜ਼ ਕੀਤੀਆਂ ਗਈਆਂ ਨੇ ਵੀ ਏਦਾਂ ਦਾ ਬਣਾਓ। ਹੁਣ ਜਿਹੜਾ ਫਾਈਨਲ ਬਣਦਾ ਉਹਦੇ ਵਿੱਚ ਕੀ ਆਉਂਦਾ, ਇਹ ਦੇਖਣ ਵਾਲੀ ਗੱਲ ਹੋਏਗੀ। ਆਪਾਂ ਸਮੇਂ ਅਨੁਸਾਰ ਇਹਦੇ ਬਾਰੇ ਅਪਡੇਟ ਦਿੰਦੇ ਰਹਾਂਗੇ। ਬਿਲਕੁਲ ਜਸਪ੍ਰੀਤ ਜੀ, ਜਿਵੇਂ ਇਹਨਾਂ ਨੇ ਫਿਰ ਵੀ ਪ੍ਰਪੋਜ਼ਲ ਪਾਇਆ ਵਾ, ਇਹਨਾਂ ਨੇ ਲਗਭਗ ਹਰ ਚੀਜ਼ ਨੂੰ ਇੱਕ ਤੈਅ ਸਮੇਂ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਪ੍ਰਪੋਜ਼ਲ ਦੇ ਵਿੱਚ। ਜਿਵੇਂ 8 ਸਾਲ ਕਿਸੇ ਕੇਸਿਸ ਨੂੰ ਲਗਾ ਦਿੱਤੇ ਜਾਂ ਫੈਮਿਲੀ ਕੇਸਿਸ ਦਾ ਇਹਨਾਂ ਨੇ ਗੱਲ ਕੀਤੀ ਆ। ਸੋ ਲੱਗ ਰਿਹਾ ਕਿ ਹੁਣ ਇਮੀਗ੍ਰੇਸ਼ਨ ਨੂੰ ਲੈ ਕੇ ਖਾਸ ਤੌਰ ਤੇ ਫੈਮਿਲੀ ਕੇਸਿਸ ਜਿਹੜੇ ਹੈਗੇ ਸੀ, ਜਿਹੜੇ 15 ਸਾਲਾਂ ਤੋਂ ਵੇਟ ਕਰ ਰਹੇ ਸੀ, ਹੁਣ ਇੱਕ ਲਾਈਨ ਅਪ ਪੂਰਾ ਲੱਗ ਜੂਗਾ ਤੇ ਪ੍ਰੋਪਰ ਉਹਨਾਂ ਦਾ ਜਿਹੜਾ ਟਾਈਮ ਜਿਹੜਾ ਛੇਤੀ ਆ ਸਕਦਾ ਹੈ ਕੇਸਿਸ ਦਾ। ਬਿਲਕੁਲ ਲੱਗ ਰਿਹਾ ਜੀ, ਕਿਉਂਕਿ ਇਹਨਾਂ ਨੇ ਇਹਦੇ 'ਚ ਇਹ ਕਿਹਾ ਵੀ ਵੀਜ਼ਾ ਨੰਬਰ ਵਧਾਓ ਉਹਨਾਂ ਦੇ, ਕਿਉਂਕਿ ਪਹਿਲਾਂ ਤਾਂ ਜਿਹੜੀ ਐਡਮਿਨਿਸਟ੍ਰੇਸ਼ਨ ਸੀਗੀ ਉਹਦੀ ਆਪ ਹੀ ਮਨਸ਼ਾ ਨਹੀਂ ਸੀਗੀ ਵੀ ਬੰਦੇ ਇੱਥੇ ਆਉਣ। ਉਹਨਾਂ ਨੇ ਹਰ ਚੀਜ਼ ਡਿਲੇ ਕੀਤੀ, ਜਿਹੜੇ ਆ F4 ਕੈਟੇਗਰੀ ਭਰਾ ਭੈਣ ਵਾਲੀ ਇਹ 'ਚ ਕੀਤੀ, ਜਿਹੜਾ ਮਤਲਬ ਸਿਟੀਜ਼ਨ ਆਪਣੇ ਮਾਂ-ਬਾਪ ਨੂੰ ਬੁਲਾਉਂਦਾ ਉਹ 'ਚ ਕੀਤੀ, ਜਿਹੜਾ ਸਿਟੀਜ਼ਨ ਆਪਣੇ ਮੈਰਿਡ ਬੱਚਿਆਂ ਨੂੰ ਬੁਲਾਉਂਦਾ, ਜਿਹੜੇ ਗ੍ਰੀਨ ਕਾਰਡ ਹੋਲਡਰ ਬਣਾਉਂਦੇ ਨੇ ਆਪਣੇ ਹਸਬੈਂਡ ਵਾਈਫ ਨੂੰ ਉਹ 'ਚ ਕੀਤੀ, ਫਿਰ H1 ਵਾਲੇ 'ਚ ਕੀਤੀ, ਫਿਰ ਜਿਹੜੇ ਇੱਥੇ ਲੋਕਾਂ ਨੇ ਸਿਟੀਜ਼ਨਸ਼ਿਪ ਅਪਲਾਈ ਕੀਤੀ ਉਹਨਾਂ ਨੂੰ 1.5 ਸਾਲ ਹੋ ਗਏ ਤੱਕ ਡੇਟ ਹੀ ਨਹੀਂ ਆਈ। ਕਈਆਂ ਇੱਥੇ ਅੱਗੇ ਡੇਟ ਹੈਗੀ ਜਦੋਂ ਆਪਾਂ ਸਿਟੀਜ਼ਨਸ਼ਿਪ ਅਪਲਾਈ ਕਰਦੇ ਆ 3-4 ਮਹੀਨੇ 'ਚ ਆ ਜਾਂਦੀ ਸੀਗੀ, ਹੁਣ ਕਈਆਂ ਨੂੰ ਸਾਲ ਤੋਂ ਵੀ ਉੱਤੇ ਹੋ ਗਿਆ, ਸਵਾ ਸਾਲ ਹੋ ਗਿਆ, ਇਹ ਤੱਕ ਇੰਟਰਵਿਊ ਡੇਟ ਹੀ ਕੋਈ ਨਹੀਂ। ਇਸ ਕਰਕੇ ਸਾਰੇ ਕੰਮ ਦੇ ਵਿੱਚ ਡਿਲੇ ਹੋਇਆ। ਕੁਛ ਤਾਂ ਕਰੋਨਾ ਵਾਇਰਸ ਕਰਕੇ ਵੀ ਹੋਇਆ, ਇਹ ਵੀ ਹੈ, ਪਰ ਜਿਹੜੀ ਐਡਮਿਨਿਸਟ੍ਰੇਸ਼ਨ ਸੀ ਟਰੰਪ ਦੀ, ਉਹਦਾ ਕੋਸ਼ਿਸ਼ ਇਹ ਸੀ ਕਿ ਵੀ ਇਮੀਗ੍ਰੇਸ਼ਨ ਨੂੰ ਘੱਟ ਤੇ ਰਿਸਟ੍ਰਿਕਟ ਕੀਤਾ ਜਾ ਸਕੇ ਉਹਨਾਂ ਚੰਗਾ। ਉਹਨਾਂ ਨੇ ਦੀ ਹਰ ਕੈਟੇਗਰੀ ਦੀ ਜਿਹੜੀ ਹੈਗੀ ਆ ਉਹ ਘੱਟ ਕਰਨ ਦੀ ਤੇ ਉਹਦਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ। ਸੈਲਮ ਨੂੰ ਤਾਂ ਇਹ ਖਤਮ ਹੀ ਕਰਨਾ ਚਾਹੁੰਦੇ ਸੀ, ਤੇ ਇਹ ਬਹੁਤ ਜ਼ਿਆਦਾ ਇਮੀਗ੍ਰੇਸ਼ਨ ਦੇ ਤੇ ਜਿਹੜੇ ਬਾਹਰ ਦੇ ਮਿਨੋਰਟੀਜ਼ ਨੇ ਉਹਨਾਂ ਦੇ ਹੱਕ ਦੇ ਵਿੱਚ ਗੱਲ ਹੋਈ ਆ। ਬਹੁਤ ਵਧੀਆ ਇਹ ਹੋਇਆ ਕਿ ਜਿਹੜਾ ਬਾਈਡਨ ਸਾਹਿਬ ਪਹਿਲਾਂ ਤਾਂ ਬਣੇ ਆ, ਦੂਜਾ ਉਹਨਾਂ ਦੀ ਸੈਨੇਟ 'ਚ ਮੈਜੋਰਟੀ ਆਈ ਆ ਤਾਂ ਉਹਨਾਂ ਨੇ ਬਿੱਲ ਰੱਖਿਆ। ਇਹ ਇੱਕ ਕਿਸਮ ਦਾ ਆਪਾਂ ਕਹਿ ਸਕਦੇ ਹਾਂ ਕਿ ਅਮਰੀਕਾ ਦੇ ਵਿੱਚ ਜਿਹੜੀ ਇਮੀਗ੍ਰੇਸ਼ਨ ਆ ਉਹਨੂੰ ਇੱਕ ਨਵਾਂ ਜੀਵਨ ਦਾਨ ਮਿਲਿਆ। ਜੀ ਜਸਪ੍ਰੀਤ ਜੀ, ਮੇਰਾ ਇੱਕ ਆਖਰੀ ਸਵਾਲ ਸਿਰਫ ਇਹ ਹੈ, ਕਿਉਂਕਿ 2 ਮਿੰਟ ਰਹਿ ਗਏ ਨੇ, ਕਿ ਇੱਕ ਮੈਂ ਤੁਹਾਡਾ ਰਿਪਲਾਈ ਜਾਣਨਾ ਚਾਹੂੰਗੀ, ਕਿਉਂਕਿ ਕੋਵਿਡ ਦੇ ਕਰਕੇ ਵੀ ਇਕਨੋਮੀ ਨੂੰ ਬਹੁਤ ਲਾਸ ਹੋਇਆ, ਚਾਹੇ ਉਹ ਇੰਟਰਨੈਸ਼ਨਲ ਸਟੂਡੈਂਟਸ ਕਰਕੇ ਹੋਏ, ਚਾਹੇ ਟੂਰਿਸਟ ਕਰਕੇ ਹੋਵੇ। ਸੋ ਸ਼ਾਇਦ ਕੀ ਉਸ ਚੀਜ਼ ਨੂੰ ਪਟੜੀ ਤੇ ਲਿਆਉਣ ਲਈ ਇਮੀਗ੍ਰੇਸ਼ਨ ਦੇ ਵਿੱਚ ਥੋੜਾ ਜਿਹਾ ਇਹਨੂੰ ਲੀਨੀਅੰਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੀਤਾ ਬਾਈਡਨ ਨੇ, ਤੋ ਉਹ ਰੋਜ਼ ਹੀ ਕਰਦੇ ਨੇ। ਉਹਨਾਂ ਨੇ ਹੁਣ ਕੁਝ ਕੋਵਿਡ ਦੇ ਬਾਰੇ ਵੀ ਐਗਜ਼ੈਕਟਿਵ ਆਰਡਰ ਜਾਰੀ ਕੀਤੇ ਆ, ਤੇ ਉਹਦੇ ਨਾਲ ਉਹਨਾਂ ਨੇ ਕਿਹਾ ਵੀ ਜਿਹੜੀ ਵੈਕਸੀਨੇਸ਼ਨ ਹੈ ਬਹੁਤ ਜ਼ਿਆਦਾ ਹੋਣੀ ਚਾਹੀਦੀ ਹੈ। ਇੱਥੇ ਵੈਕਸੀਨੇਸ਼ਨ ਬੜੀ ਘੱਟ ਲੱਗ ਰਹੀ ਹੈ। ਉਹਨਾਂ ਨੇ ਕਿਹਾ ਸਾਡਾ ਟੀਚਾ ਕਿ 100 ਦਿਨਾਂ ਦੇ ਵਿੱਚ 100 ਮਿਲੀਅਨ ਬੰਦਿਆਂ ਨੂੰ ਵੈਕਸੀਨੇਟ ਕਰਨਾ। ਤੇ ਇਹਨਾਂ ਨੇ ਫੀਮਾ ਨੂੰ ਵੀ ਆਥੋਰਾਈਜ਼ ਕੀਤਾ, ਜਿਹੜੀ ਕਿ ਫੈਡਰਲ ਐਮਰਜੈਂਸੀ ਜਿਹੜੀ ਹੈਗੀ ਮੈਨੇਜਮੈਂਟ ਦੀ, ਜਿੱਥੇ ਹੁੰਦਾ ਡਿਜ਼ਾਸਟਰ ਦੀ ਜਿਹੜੀ ਬੋਡੀ ਆ, ਉਹਨੂੰ ਐਕਟੀਵੇਟ ਕੀਤਾ। ਇਹਦੇ ਨਾਲ ਬਾਈਡਨ ਸਾਹਿਬ ਨੇ ਜਿਹੜੇ ਸਟੂਡੈਂਟ ਲੋਨ ਨੇ ਉਹ ਵੀ ਫ੍ਰੀਜ਼ ਕਰਤੇ ਆ 6 ਮਹੀਨੇ। ਜੀ ਬਿਲਕੁਲ ਜਸਪ੍ਰੀਤ ਜੀ, ਇਹਦੇ ਬਾਰੇ ਜਾਣੂਗੀ ਮੈਂ, ਸਮਾਂ ਬਹੁਤ ਘੱਟ ਹੈ। ਇੱਕ ਦਰਸ਼ਕ ਸਾਡੇ ਨਾਲ ਜੁੜ ਗਏ ਨੇ, ਹਾਲਾਂਕਿ ਕਾਲਸ ਅਸੀਂ ਨਹੀਂ ਲੈਣਾ ਚਾਹੁੰਦੇ ਸੀ, ਪਰ ਇੱਕ ਦਰਸ਼ਕ ਜੁੜ ਗਏ ਨੇ, ਉਹਨਾਂ ਦੀ ਕਾਲ ਜ਼ਰੂਰ ਲੈ ਲਈਏ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਅਸੀਂ ਇਹ ਕੁਐਸਚਨ ਸਾਡਾ ਜਸਪ੍ਰੀਤ ਨੂੰ ਪੁੱਛਣਾ ਸੀਗਾ ਕਿ 2005 ਦੇ ਸਾਡੇ ਮਤਲਬ ਕਿ ਬਲੱਡ ਰੇਸ਼ਨ ਤੇ ਅਮਰੀਕਾ ਤੋਂ ਹੋਏ ਆ ਪੇਪਰ ਜੀ, ਤੇ ਉਹ ਹਲੇ ਕਿੰਨਾ ਟਾਈਮ ਲੱਗ ਸਕਦਾ ਉਹਨਾਂ ਨੂੰ? ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ ਜੀ। ਸਰ 2005 ਦੀਆਂ ਫਾਈਲਸ ਦੀ ਗੱਲ ਕਰ ਰਹੇ ਨੇ, ਬਲੱਡ ਰਿਲੇਸ਼ਨ ਤੇ ਲਗਾਇਆ ਹੋਇਆ ਇਹਨਾਂ ਨੇ ਕੇਸਿਸ, ਤੇ ਪੁੱਛ ਰਹੇ ਨੇ ਕਿੰਨਾ ਟਾਈਮ ਲੱਗ ਸਕਦਾ। ਇਹਦੇ ਬਾਰੇ ਆਪਾਂ ਤਰਨ ਜੀ ਗੱਲ ਕਰਦੇ ਹਟੇ ਆ। ਇਹ F4 ਕੈਟੇਗਰੀ ਆ, ਇਹਦੇ ਚ ਜੇ ਹੁਣ 2005 ਆ, ਇਹਦੇ ਚ ਟਰੰਪ ਜਿਹੜਾ ਸੀਗਾ ਉਹ ਜਾਂਦਾ ਇਹਨੂੰ 3 ਮਹੀਨੇ ਹੋਰ ਵਧਾ ਗਿਆ। ਸੋ ਇਹ ਜਿਹੜੀ ਕੈਟੇਗਰੀ ਤੇ ਬੈਨ ਹੈ ਇਹ ਹੁਣ ਅਪ੍ਰੈਲ 1 ਤੱਕ ਆ। ਸੋ ਬਾਈਡਨ ਨੇ ਅਜੇ ਤੱਕ ਇਹਦਾ ਕੁਝ ਨਹੀਂ ਕੀਤਾ, ਤੇ ਹੋ ਸਕਦਾ ਵੀ ਅਪ੍ਰੈਲ 1 ਤੋਂ ਇਹ ਬੈਨ ਖੁੱਲ ਜਾਵੇ। ਤੇ ਇੱਕ ਗੱਲ ਪੱਕੀ ਆ ਵੀ ਬਾਈਡਨ ਸਾਹਿਬ ਇਹਨੂੰ ਐਕਸਟੈਂਡ ਨਹੀਂ ਕਰਨਗੇ, ਠੀਕ ਹੈ ਜੀ। ਉਦੋਂ ਬਾਅਦ ਇਹ 2005 ਚੱਲਦਾ, ਤੇ 2005 ਜਿਹੜਾ ਹੈਗਾ ਉਹ ਤੇ ਅੱਗੇ ਨਾਲੋਂ ਤੇਜ਼ ਹੋਏਗੀ। ਜਿਹੜਾ ਨਵਾਂ ਬਿੱਲ ਹੈ ਇਹਦੇ ਵਿੱਚ ਆਪਾਂ ਹੁਣੇ ਗੱਲ ਕਰਦੇ ਹਟੇ ਆ ਵੀ ਇਹਦੇ ਵਿੱਚ ਇੱਕ ਪ੍ਰੋਵੀਜ਼ਨ ਰੱਖੀ ਗਈ ਆ ਵੀ ਜਿਹੜੀਆਂ ਇਦਾਂ ਦੀਆਂ ਕੈਟੇਗਰੀਆਂ ਨੇ ਜਿਨ੍ਹਾਂ ਨੂੰ ਇੰਨਾ ਟਾਈਮ ਲੱਗ ਰਿਹਾ, ਉਹਨਾਂ ਦੇ ਵਿੱਚ ਜਿਹੜੇ ਬੰਦੇ ਇੱਥੇ ਮਤਲਬ ਇੰਨੀ ਦੇਰ ਤੋਂ ਵੇਟ ਕਰ ਰਹੇ ਆ,
ਜੀ ਪ੍ਰੋਵੀਜ਼ਨ ਰੱਖੀ ਗਈ ਆ ਕਿ ਉਹਨਾਂ ਨੂੰ ਟੈਂਪਰੇਰੀ ਤੌਰ ਤੇ ਇੱਥੇ ਬੁਲਾਇਆ ਜਾ ਸਕੇ, ਇੱਥੇ ਕੰਮ ਕਰ ਸਕੇ, ਇੱਥੇ ਹੀ ਉਹਨਾਂ ਨੂੰ ਗ੍ਰੀਨ ਕਾਰਡ ਮਿਲ ਜਾਵੇ ਜਦੋਂ ਉਹਦਾ ਟਾਈਮ ਪੂਰਾ ਹੋ ਜਾਂਦਾ। ਸੋ ਇਹ ਉਮੀਦ ਹੈਗੀ ਆ ਕਿ ਅਪ੍ਰੈਲ ਤੋਂ ਬਾਅਦ ਇਹਦਾ ਬੈਨ ਖੁੱਲੂਗਾ ਤੇ ਇਹ ਫਾਸਟ ਹੋਏਗੀ ਕੈਟਾਗਰੀ, ਉਦੋਂ ਆਪਾਂ ਦੱਸਾਂਗੇ ਵੀ ਕਿੰਨਾ ਟਾਈਮ ਲੱਗਦਾ। ਬਿਲਕੁਲ ਜੀ। ਤੇ ਜਸਪ੍ਰੀਤ ਜੀ, ਹੁਣ ਸਮਾਂ ਵੀ ਇਜਾਜ਼ਤ ਲੈਣ ਦਾ ਹੋ ਰਿਹਾ। ਦਰਸ਼ਕ ਸਾਨੂੰ ਇਸ ਵਕਤ ਸਟੂਡੀਓ 'ਚ ਕਾਲ ਕਰ ਰਹੇ ਨੇ, ਅਸੀਂ ਉਹਨਾਂ ਨੂੰ ਇਹੀ ਕਵਾਂਗੇ ਕਿ ਵਧੇਰੇ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਜਸਪ੍ਰੀਤ ਜੀ ਨੂੰ ਉਹਨਾਂ ਦਾ ਫੋਨ ਨੰਬਰ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤਾ, ਈਮੇਲ ਆਈਡੀ ਪ੍ਰੋਵਾਈਡ ਕਰਵਾ ਦਿੱਤੀ ਹੈ, ਸੋ ਉੱਥੇ ਤੁਸੀਂ ਉਹਨਾਂ ਨੂੰ ਫੋਨ ਕਰ ਸਕਦੇ ਹੋ, ਤੁਸੀਂ ਉਹਨਾਂ ਤੋਂ ਵਧੇਰੇ ਜਾਣਕਾਰੀ ਲੈ ਸਕਦੇ ਹੋ। ਸਰ, ਜਾਂਦਿਆਂ ਦੇ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੋਗੇ ਤੁਸੀਂ? ਹਾਂਜੀ, ਮੈਂ ਸਾਰਿਆਂ ਨੂੰ ਇਹੀ ਜਿਹੜੀ ਬੇਨਤੀ ਕਰੂੰਗਾ ਕਿ ਅਜੇ ਜਿਹੜਾ ਬਿੱਲ ਹੈਗਾ ਉਹ ਰੱਖਿਆ ਆ, ਬਿੱਲ ਬਹੁਤ ਵਧੀਆ। ਇਹਦੇ ਨਾਲ ਜਿਹੜੇ ਇੱਥੇ ਬੰਦੇ ਅਨਡਾਕੂਮੈਂਟਡ ਉਹ ਵੀ ਪੱਕੇ ਹੋਣਗੇ, ਜਿਹੜੇ ਬਾਹਰ ਬੰਦੇ ਸਟਕ ਹੋਏ ਨੇ ਰਿਲੇਟਿਵ, ਜਿਵੇਂ ਇਹਨਾਂ ਨੇ ਫੋਨ ਕੀਤਾ ਸੀ ਭੈਣ ਜੀ ਨੇ, ਤੇ ਇਹ ਵੀ ਆਉਣ ਦੀ ਉਮੀਦ ਬਣੇਗੀ। ਪਰ ਅਜੇ ਬਿੱਲ ਪੇਸ਼ ਹੋਇਆ, ਅਜੇ ਪਾਸ ਨਹੀਂ ਹੋਇਆ, ਇਸ ਕਰਕੇ ਜਦ ਤੱਕ ਉਹ ਪੂਰਾ ਪਾਸ ਨਹੀਂ ਹੁੰਦਾ, ਉਹਦੀ ਫਾਈਨਲ ਵਰਜਨ ਕੀ ਆ, ਉਦੋਂ ਤੋਂ ਪਹਿਲਾਂ ਕੋਈ ਅਜੇ ਇਸ ਬਾਰੇ ਆਪਣੇ ਪਲਾਨਸ ਨਾ ਬਣਾਇਓ, ਜਾਂ ਆਉਣ ਦੇ ਜਾਂ ਕਰਨ ਦੇ, ਜਾਂ ਜਿਵੇਂ ਆ ਉਹ ਅਸੀਂ ਅਪਡੇਟ ਦੇਵਾਂਗੇ। ਪਰ ਜਿਵੇਂ ਕਿ ਹੁਣ ਮੈਜੋਰਟੀ ਇਹਨਾਂ ਦੇ ਦੋਨਾਂ ਹਾਊਸਾਂ ਦੇ ਵਿੱਚ ਹੈਗੀ, ਸੈਨੇਟ ਤੇ ਹਾਊਸ ਦੇ ਵਿੱਚ, ਤੇ ਨਾਲੇ ਬਾਈਡਨ ਸਾਹਿਬ ਉਹਨੂੰ ਪਾਸ ਕਰਨਾ ਚਾਹੁੰਦੇ ਆ ਆਪ ਨਾਲ, ਮੈਨੂੰ ਲੱਗਦਾ ਵੀ ਬਿੱਲ ਪਾਸ ਹੋਏਗਾ, ਪਰ ਕਿਸ ਫਾਰਮ 'ਚ ਹੋਏਗਾ ਉਹਦੇ ਬਾਰੇ ਅਸੀਂ ਦੱਸਾਂ। ਜੀ ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਜੀ। ਮਿਸਟਰ ਬਾਈਡਨ ਨੇ ਹਜੇ ਕੱਲ੍ਹ ਹੀ ਕੁਝ ਐਗਜ਼ੈਕਟਿਵ ਆਰਡਰਸ ਪਾਸ ਕੀਤੇ ਨੇ ਤੇ ਤੁਸੀਂ ਸਾਡੇ ਦਰਸ਼ਕਾਂ ਲਈ ਇੰਨੀ ਜਾਣਕਾਰੀ ਲੈ ਕੇ ਆਏ ਹੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਹ ਸਨ ਜੀ ਜਸਪ੍ਰੀਤ ਸਿੰਘ, ਅਟਾਰਨੀ ਐਟ ਲਾਰਜ, ਜਿਨ੍ਹਾਂ ਨੇ ਸਾਨੂੰ USA ਤੋਂ ਜਾਣਕਾਰੀ ਦਿੱਤੀ ਕਿ ਬਾਈਡਨ ਸਾਹਿਬ ਨੇ ਇਸ ਵਕਤ ਕਿਹੜੇ ਨਵੇਂ ਐਗਜ਼ੈਕਟਿਵ ਆਰਡਰਸ ਲੈ ਕੇ ਆਉਂਦੇ ਨੇ ਤੇ ਉਹਨਾਂ ਦਾ ਕੀ ਆਉਣ ਵਾਲੇ ਸਮੇਂ ਦੇ ਵਿੱਚ ਇੰਪੈਕਟ ਪੈ ਸਕਦਾ ਇਮੀਗ੍ਰੇਸ਼ਨ ਸਿਸਟਮ ਉੱਤੇ। ਇਸ ਦੇ ਨਾਲ ਹੀ ਫਿਲਹਾਲ ਦਿਓ ਇਜਾਜ਼ਤ, ਹਾਜ਼ਰ ਹੋ ਰਿਹਾ ਜੀ ਅੱਗੇ ਲੈ ਕੇ ਦੇਸ਼ ਦੁਨੀਆ ਬੁਲਟਨ। ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।